ਪ੍ਰਧਾਨ ਹਰਚਰਨ ਸਿੰਘ ਧਾਮੀ ਵੀ ਮੈਨੂੰ ਲੱਗੂਗਾ ਕਿ ਸਿਧਾਂਤਾਂ ਤੋਂ ਹੁਣ ਇਹ ਨਹੀਂ ਠੀਕ ਚੱਲਦਾ ਤੇ ਮੇਰਾ ਫਿਰ ਕੀ ਲੱਗਦਾ ਇਹ ਜੇ ਅਸੀਂ ਬਾਦਲ ਪਰਿਵਾਰ ਤੋਂ ਪਰੇ ਹੋ ਸਕਦੇ ਹਾਂ ਜਿਹਦੇ ਕੋਲ ਸਾਰੀਆਂ ਤਾਕਤਾਂ ਸੀ ਉਹਦੀ ਪਰਵਾਹ ਨਹੀਂ ਕਰੀ ਔਰ ਉਦੋਂ ਛੱਡਿਆ ਜਦੋਂ ਰਾਜ ਕਰਦੇ ਸੀ। ਕੋਈ ਤਾਂ ਉੱਠ ਕੇ ਕਹਿੰਦਾ ਵੀ ਇਹ ਤੇਰੇ ਪਿਓ ਦਾ ਸਤਿਕਾਰ ਬਹੁਤਾ ਕਰਦੇ ਆ, ਕੋਈ ਕਹਿੰਦਾ ਅਸੀਂ ਤੇਰਾ ਸਤਿਕਾਰ ਬਹੁਤਾ ਕਰਦੇ ਆ। ਤਾਂ ਮੈਂ ਮੇਰੀ ਕਈ ਵਾਰੀ ਉਸੇ ਲਿਹਾਜ਼ ਨਾਲ ਤੁਸੀਂ ਚੁੱਪ ਕਰਕੇ ਬਹਿ ਜਾਂਦੇ ਹੋ। ਨਹੀਂ ਮੈਂ ਉਹ ਜਦੋਂ ਸਾਨੂੰ ਕਹਿਣਗੇ ਵੀ ਮੈਂ ਤੁਹਾਡੇ ਪਿਤਾ ਜੀ ਦੀ ਇੱਜ਼ਤ ਬਹੁਤ ਕਰਦਾ ਹਾਂ, ਤੁਹਾਡੀ ਇੱਜ਼ਤ ਬਹੁਤ ਕਰਦਾ, ਫਿਰ ਮੁੱਦੇ ਤਾਂ ਪਿੱਛੇ ਰਹਿ ਜਾਣਗੇ ਨਾ। ਨਹੀਂ ਬਿਲਕੁਲ 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 ਨਹੀਂ ਏਦਾਂ ਦਾ। ਫਿਰ ਬਾਦਲ ਪਰਿਵਾਰ ਬਥੇਰੀ ਇੱਜ਼ਤ ਕਰਦਾ ਸੀਗਾ ਸਾਡੀ। 2 ਦੀ ਕੀ 5 ਦੀ ਵੀ ਕਸਰ ਪੂਰੀ ਹੋਊਗੀ ਜੀ। ਯਾਨੀ ਕਿ ਤੁਸੀਂ 1-5 ਬਰਾਬਰ ਹੋ, ਤੁਸੀਂ ਇਹ ਕਹਿ ਰਹੇ ਹੋ। ਮੈਂ ਇਹ ਨਹੀਂ ਕਹਿੰਦਾ। ਤੇ ਜਿਹੜੇ ਮਾੜੇ ਕੰਮ ਹੋਣਗੇ ਜਾਂ ਕਰਨ ਦੀ ਤਿਆਰੀ ਕਰਨਗੇ ਜਾਂ ਕਰ ਚੁੱਕੇ ਹੋਣਗੇ ਜਾਂ ਕਰਨ ਦੀ ਪਲੈਨਿੰਗ ਹੋਊਗੀ, ਉਹਨਾਂ ਤਿੰਨਾਂ ਦੇ ਭਾਂਡੇ ਕੌਮ ਦੇ ਸਾਹਮਣੇ ਭੰਨਾਂਗੇ। ਉੱਥੇ ਕਿਵੇਂ ਤੁਸੀਂ ਆਪਣੀ ਗੱਲ ਹੈ ਜਿਹੜੀ ਠੀਕ ਹੈ ਤੁਸੀਂ ਗੱਲ ਜਾ ਕੇ ਰੱਖ ਦੋਗੇ, ਮੰਨਣੀ ਜਾਂ ਨਾ ਮੰਨਣੀ ਉਹ ਤਾਂ ਉਹਨਾਂ ਦੇ ਸਿਰ ਹੈ। ਜੇ ਉਹਨਾਂ ਨੂੰ ਇਹ ਚਾਹੀਦਾ ਹੈ ਵੀ ਨਹੀਂ, ਉਹਨਾਂ ਨੂੰ ਇਹ ਲੋੜ ਹੈ ਵੀ ਨਾਰੇ ਵੱਜਣ ਤੇ 100-150 ਬੰਦਾ ਬਾਹਰ ਹੋਵੇ ਤੇ ਮੈਂ ਅੰਦਰ ਹੋਵਾਂ, ਇਹ ਇੰਤਜ਼ਾਮ ਵੀ ਹੋ ਜਾਊਗਾ। ਜੇ ਤੇ ਤੁਹਾਡੀ ਗੱਲ ਕਰ ਲਈਏ, ਤੁਸੀਂ ਸੰਤ ਸਮਾਜ ਨਾਲ ਜੁੜੇ ਹੋਏ ਹੋ, ਤੇ ਫਿਰ ਤਾਂ ਇੱਕ ਧੜੇ ਨੇ ਜਿਹੜੇ ਉਹ ਬਣ ਜਾਣਗੇ ਕਮੇਟੀ ਦੇ ਵਿੱਚ। 5 ਪ੍ਰਧਾਨਾਂ ਦੇ ਉੱਤੇ ਇਹੀ ਐਲੀਗੇਸ਼ਨ ਹੈ। ਜੇ ਧਾਮੀ ਸਾਹਿਬ ਕਰ ਦੇਣਗੇ ਫਿਰ ਇਹਨਾਂ ਤੇ ਤਾਂ ਨਹੀਂ ਲੱਗੂਗਾ, ਪਰ ਜਿੱਥੇ ਤੱਕ ਦੇਖਦੇ ਹੁਣ ਕੀ ਕਰਦੇ ਨੇ। ਕਿਉਂਕਿ ਜਿਹੇ ਜਿਹੇ ਰੰਗ ਗਿਆਨੀ ਹਰਪ੍ਰੀਤ ਸਿੰਘ ਨੇ ਲਾਏ ਨੇ ਉਹ ਇਹ ਜੋ ਲਾਦੂ ਜਿਹੜਾ ਆਊਗਾ, ਪਰ ਕਮ ਸੇ ਕਮ ਤੁਸੀਂ ਕੋਰਮ ਤਾਂ ਪੂਰਾ ਕਰ ਲਓ, ਬਿਠਾ ਤਾਂ ਲਓ ਵੀ ਆ। ਪਰ ਫਿਰ ਉਹੀ ਹੈ ਨਾ ਕਿ ਜੇ ਫੈਸਲੇ ਨਹੀਂ ਲੈਣੇ ਤੇ ਫਿਰ ਤੁਹਾਨੂੰ ਇਸ ਮਸਲੇ 'ਚ ਪੈਣ ਦਾ ਫਾਇਦਾ ਕੀ ਹੈ? ਜੇ ਕਿਸੇ ਨੇ ਕੰਮ ਕਰਨਾ ਹੋਵੇ ਤਾਂ ਉਹ ਇੱਕ ਮੀਟਿੰਗ ਦੇ ਵਿੱਚ ਵੀ ਸਾਰੇ ਮਸਲੇ ਹੱਲ ਕੀਤੇ ਜਾ ਸਕਦੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਕਾਰਜਕਾਰਨੀ ਦੀ ਚੋਣ ਹੋਈ ਹੈ। ਨਵੇਂ ਪ੍ਰਧਾਨ ਚੁਣੇ ਗਏ ਨੇ। ਨਾਮ ਹਰਜਿੰਦਰ ਸਿੰਘ ਧਾਮੀ ਹੈ ਤੇ ਇਸ ਵਾਰ ਜਿਹੜੀ ਕਾਰਜਕਾਰਨੀ ਦੀ ਚੋਣ ਹੋਈ ਹੈ ਉਹ ਕਾਫੀ ਚਰਚਾ ਦੇ ਵਿੱਚ ਹੈ। ਇੱਕ ਤਾਂ ਇਹ ਦਾਅਵਾ ਕੀਤਾ ਗਿਆ ਇਸ ਵਾਰੀ, ਬਾਦਲਾਂ ਦੇ ਵੱਲੋਂ ਵੀ ਦਾਅਵਾ ਕੀਤਾ ਗਿਆ ਹੈ ਕਿ ਇਸ ਵਾਰੀ ਦਾ ਜਿਹੜਾ ਪ੍ਰਧਾਨ ਹੈ ਉਹ ਲਿਫਾਫੇ ਦੇ ਵਿੱਚੋਂ ਨਹੀਂ ਨਿਕਲਿਆ, ਚੋਣ ਹੋਵੇਗੀ। ਜਦੋਂ ਇਜਲਾਸ ਜਿਹੜਾ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਚੱਲ ਰਿਹਾ ਸੀ, ਉਸ ਵਕਤ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵੀ ਇਹ ਕਹਿੰਦੇ ਸੁਣੇ ਗਏ ਸੀ ਕਿ ਲਿਫਾਫੇ ਚੋਂ ਨਹੀਂ ਨਿਕਲਣਾ, ਅਸੀਂ ਵੋਟਾਂ ਪਵਾਉਣ ਆਏ ਹਾਂ ਤੇ ਵੋਟਾਂ ਤਾਂ ਪਾ ਲਓ ਹੁਣ ਤੁਸੀਂ। ਸੋ ਇਹਨਾਂ ਗੱਲਾਂ ਨੂੰ ਸੁਣ ਕੇ ਇਸ ਗੱਲ ਤੇ ਤਾਂ ਮੋਹਰ ਲੱਗਦੀ ਹੈ ਕਿ ਪਹਿਲਾਂ ਲਿਫਾਫੇ ਦੇ ਵਿੱਚੋਂ ਹੀ ਨਿਕਲਦੇ ਰਹੇ ਨੇ। ਸੋ ਇਸ ਵਾਰੀ ਦੂਸਰੀ ਜਿਹੜੀ ਵੱਖਰੀ ਗੱਲ ਇਹ ਹੈ ਕਿ ਵਿਰੋਧੀ ਧਿਰ ਦੇ ਜਿਹੜੇ ਮੈਂਬਰ ਗੁਰਪ੍ਰੀਤ ਸਿੰਘ ਰੰਧਾਵਾ ਐਸਜੀਪੀਸੀ ਮੈਂਬਰ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ, ਉਹ ਇਸ ਵਾਰੀ ਕਾਰਜਕਾਰਨੀ ਦੇ ਵਿੱਚ ਚੁਣੇ ਗਏ ਨੇ। ਤੇ ਇਹ ਵੀ ਕਾਫੀ ਚਰਚਾ ਹੋ ਰਹੀ ਹੈ ਕਿ ਇਸ ਵਾਰ ਜਿਹੜੀ ਬਾਦਲ ਦਲ ਨੇ ਜਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਜਿਹੜਾ ਦਿਮਾਗ ਚੱਲਿਆ ਹੈ, ਵੱਡੇ ਬਾਦਲ ਦਾ ਜਾਂ ਛੋਟੇ ਬਾਦਲ ਦਾ, ਉਹਦੇ ਵਿੱਚ ਕਾਫੀ ਸਿਆਸੀ ਮਾਇਨੇ ਨਿਕਲਦੇ ਨੇ। ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਰ ਵਰਗ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਗਈ ਹੈ, ਚਾਹੇ ਸੰਤ ਸਮਾਜ ਹੋਵੇ, ਟਕਸਾਲੀ ਹੋਣ, ਮਿਸ਼ਨਰੀ ਹੋਣ, ਕਿਉਂਕਿ ਪ੍ਰਿੰਸੀਪਲ ਸੁਰਿੰਦਰ ਸਿੰਘ ਵੀ ਲਏ ਗਏ ਨੇ ਇਸ ਵਾਰੀ ਕਾਰਜਕਾਰਨੀ ਦੇ ਵਿੱਚ, ਕਰਨੈਲ ਸਿੰਘ ਪੰਜੋਲੀ ਵੀ ਲਏ ਗਏ ਨੇ। ਸੋ ਸਵਾਲ ਇਹ ਖੜੇ ਹੁੰਦੇ ਨੇ ਕਿ ਇਸ ਵਾਰੀ ਜੇ ਇਸ ਤਰ੍ਹਾਂ ਦੀ ਕਾਰਜਕਾਰਨੀ ਦੀ ਚੋਣ ਹੋਈ ਹੈ ਤਾਂ ਐਸਜੀਪੀਸੀ ਦੇ ਕੰਮ ਕਿੰਨੇ ਕੁ ਸੰਵਰਨਗੇ, ਸਿੱਖ ਕੌਮ ਦੇ ਕੰਮ ਕਿੰਨੇ ਕੁ ਸੰਵਰਨਗੇ, ਕਿਹੜੇ-ਕਿਹੜੇ ਮੁੱਦੇ ਹੱਲ ਹੋਣਗੇ। ਸਾਡੇ ਨਾਲ ਸਟੂਡੀਓ ਦੇ ਵਿੱਚ ਖਾਸ ਤੌਰ ਤੇ ਪਹੁੰਚੇ ਹੋਏ ਨੇ ਕਾਰਜਕਾਰਨੀ ਦੇ ਨਵੇਂ ਚੁਣੇ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ। ਭਾਈ ਸਾਹਿਬ ਬਹੁਤ-ਬਹੁਤ ਸਵਾਗਤ ਹੈ ਦਾ ਖਾਲਸ ਟੀਵੀ ਤੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਤੁਹਾਨੂੰ ਨਵੀਂ ਜ਼ਿੰਮੇਵਾਰੀ ਮਿਲਣ ਤੇ ਮੁਬਾਰਕਾਂ ਅਸੀਂ ਦਿੰਦੇ ਹਾਂ। ਤੇ ਦੂਸਰੀ ਗੱਲ ਜਿਹੜੀ ਹੈ, ਅਸੀਂ ਵੀ ਇਜਲਾਸ ਹੈ ਜਿਹੜਾ ਉਹ ਸਾਰਾ ਦੇਖਿਆ ਹੈਗਾ। ਇਸ ਵਾਰੀ ਕਾਫੀ ਰੌਲਾ ਰੱਪਾ ਹਰ ਵਾਰੀ ਪੈਂਦਾ ਹੁੰਦਾ ਹੈ, ਤੇ ਤੁਸੀਂ ਇਹ ਸੋਚ ਕੇ ਗਏ ਸੀਗੇ, ਕਿਵੇਂ ਸਬੱਬ ਬਣਿਆ ਕਿ ਤੁਸੀਂ ਆਪਣਾ ਨਾਮ ਹੈ ਜਿਹੜਾ ਉਹ ਪ੍ਰਪੋਜ਼ ਕੀਤਾ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖਾਹੀ, ਮਾਇਆ ਮੋਹ ਭਰਮ ਭੈ ਭੂਲੇ, ਸੁਤਦਾਰ ਅਸਿਉ ਪ੍ਰੀਤ ਲਗਾਈ, ਇੱਕ ਊਤਮ ਪੰਥ ਸੁਨਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ। ਕਿ ਸਤਿਗੁਰੂ ਚੌਥੇ ਪਾਤਸ਼ਾਹ ਨੇ ਆਪਣੀ ਉਸ ਦਰ ਦੇ ਵਿੱਚ, ਆਪਣੇ ਘਰ ਦੇ ਵਿੱਚ, ਆਪਣੇ ਚਰਨਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਤੌਰ ਅੰਤਰਿੰਗ ਕਮੇਟੀ ਮੈਂਬਰ ਔਰ ਪਹਿਲੀ ਬਖਸ਼ਿਸ਼
ਅਮਰ ਸ਼ਹੀਦ ਬਾਬਾ ਜੋਰਾਵਰ ਸਿੰਘ ਸਾਹਿਬ, ਬਾਬਾ ਫਤਿਹ ਸਿੰਘ ਸਾਹਿਬ, ਮਾਂ ਗੁਜਰ ਕੌਰ, ਜਿਹੜੀ ਧਰਤੀ ਨੇ ਦਸਮ ਪਾਤਸ਼ਾਹ ਦੇ ਬੱਚਿਆਂ ਦੇ ਜਿਸਮ ਦੇ ਵਿੱਚੋਂ ਖੂਨ ਦੇ ਛਿੱਟਿਆਂ ਨੇ ਉਹਨੂੰ ਸ਼ਰਸ਼ਾਰ ਕਰਕੇ ਖਾਲਸਾ ਪੰਥ ਦੀ ਇੱਕ ਆਇਡੈਂਟੀਟੀ ਤੇ ਸਾਡੀ ਜਿਹੜੀ ਵਸੀਅਤ ਹੈ ਉਹ ਸਾਨੂੰ ਦਿੱਤੀ ਹੈ। ਉੱਥੋਂ ਦਾ ਸੇਵਾਦਾਰ ਹੋਣ ਦੇ ਨਾਤੇ ਇਹ ਮਾਣ ਮਿਲਿਆ ਤੇ ਮੈਂ ਕੋਟਾਨ ਕੋਟ ਸ਼ੁਕਰ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਗੁਰੂ ਸਾਹਿਬਾਨਾਂ ਦਾ ਕਰਦਾ ਜੀ। ਤੇ ਔਰ ਮੈਂ ਇਸ ਤਰ੍ਹਾਂ ਦਾ ਕੋਈ ਪਲਾਨ ਜਿਹੜਾ ਉਹ ਨਹੀਂ ਸੀ ਕਿ ਜਿਹੜਾ ਵੀ ਮੈਂ ਹੀ ਉਹਦੇ ਵਿੱਚ ਜਾਣਾ ਜੀ। ਸਾਨੂੰ ਇਹ ਲੱਗਦਾ ਸੀ ਕਿ ਪਿਛਲੀ ਵਾਰ ਸਾਡੇ ਕੋਲ 2 ਸ਼੍ਰੋਮਣੀ ਕਮੇਟੀ ਮੈਂਬਰ ਐਗਜ਼ੈਕਟਿਵ ਦੇ ਵਿੱਚ ਗਏ ਨੇ ਜੀ। ਤੋ ਵੀ ਉਸੇ ਤਰੀਕੇ ਨਾਲ ਜਿਵੇਂ ਉਹ ਅਨਾਉਂਸ ਕਰਨਗੇ ਅਸੀਂ ਅਨਾਉਂਸ ਕਰ ਦਾਂਗੇ ਤੇ ਉਸ ਤੋਂ ਬਾਅਦ ਜਿਹੜਾ ਹੈ ਵੀ ਉਹ ਮਿਲ ਬੈਠ ਕੇ ਫੈਸਲਾ ਕਰ ਲਵਾਂਗੇ ਤੇ ਵੀ ਇਲੈਕਸ਼ਨ ਹੁੰਦੀ ਹੈ ਵੀ ਉਹ ਪਤਾ ਹੀ ਹੈ ਸਾਰਾ ਜੀ ਜੀ। ਪਰ ਉਹ ਸ਼ਾਇਦ ਇੱਕ ਤੀ ਮਨਸੂਬਾ ਜਿਹੜਾ ਉਹ ਕੁਝ ਹੋਰ ਲੈ ਕੇ ਆਏ ਸੀ। ਅੱਛਾ, ਕਿਹੜਾ ਮਨਸੂਬਾ? ਉਹਨਾਂ ਦਾ ਮਨਸੂਬਾ ਇਹ ਸੀ ਵੀ ਇੱਕ ਤਾਂ ਉਹ ਸਾਨੂੰ ਚਾਹੁੰਦੇ ਸੀ ਕਿ ਮੈਂਟਲੀ ਜਿਹੜਾ ਹੈਗਾ ਇਹਨਾਂ ਨੂੰ ਥੋੜਾ ਜਿਹਾ ਡਿਸਕਰੇਜ ਜਿਹਾ ਕਰੀਏ, ਵੀ ਮਾਨਸਿਕ ਤੌਰ ਤੇ ਇਹਨਾਂ ਨੂੰ ਕਮਜ਼ੋਰ ਕਰੀਏ। ਅੱਛਾ। ਗਿਣਤੀ ਉਹਨਾਂ ਦੀ ਪੂਰੀ ਸੀ ਵੀ ਇਲੈਕਸ਼ਨ ਆਊਗੀ ਤੇ ਵੋਟਾਂ ਚੋਂ ਜਿੱਤ ਕੇ, ਤੇ ਦੂਸਰਾ ਇਹਨਾਂ ਨੂੰ ਵੀ ਇੱਕ ਤੋਂ ਵੱਧ ਜਿਹੜਾ ਦੂਸਰਾ ਮੈਂਬਰ ਨਹੀਂ ਦੇਣਾ। ਜੀ ਜੀ। ਇਹ ਪਰ ਇਹ ਕੁਦਰਤ ਦੇ ਹੱਥ ਹੈ। ਮੈਨੂੰ ਇਹ ਲੱਗਦਾ ਕਿ ਜੋ ਉਹਨਾਂ ਨੇ ਇਹ ਸੋਚਿਆ ਕਿ ਅਸੀਂ ਦੂਸਰਾ ਨਹੀਂ ਦੇਣਾ ਤੇ ਅਮਰ ਸ਼ਹੀਦ ਕਿਰਪਾ ਰੱਖਣ, ਮੈਨੂੰ ਇਹ ਲੱਗਦਾ ਕਿ ਉਹ ਹੁਣ 2 ਦੀ ਕੀ 5 ਦੀ ਵੀ ਕਸਰ ਪੂਰੀ ਹੋਊਗੀ ਜੀ। ਯਾਨੀ ਕਿ ਤੁਸੀਂ 1-5 ਬਰਾਬਰ ਹੋ, ਤੁਸੀਂ ਇਹ ਕਹਿ ਰਹੇ ਹੋ? ਨਹੀਂ, ਮੈਂ ਇਹ ਨਹੀਂ ਕਹਿੰਦਾ ਮੈਂ 5 ਬਰਾਬਰ ਹਾਂ, ਬਰਾਬਰ ਤਾਂ ਮੈਂ ਕਿਸੇ ਦੀ ਨਹੀਂ ਕਰ ਸਕਦਾ, ਪਰ ਮੇਰੀ ਕੋਸ਼ਿਸ਼ ਰਹੂਗੀ ਕਿਉਂਕਿ ਜਿਹੜੇ ਪਹਿਲਾਂ ਵੀ ਸੀ ਉਹ ਸਤਿਕਾਰਯੋਗ ਸੀ, ਬਜ਼ੁਰਗ ਨੇ, ਉਹਨਾਂ ਨੇ ਜ਼ਿੰਦਗੀਆਂ ਹੰਢਾਈਆਂ ਨੇ, ਪਰ ਕਿਤੇ ਨਾ ਕਿਤੇ ਮੀਡੀਆ, ਸੋਸ਼ਲ ਮੀਡੀਆ ਜਿਹਦੇ ਰਾਹੀਂ ਪੰਥ ਦੇ ਅੱਗੇ ਆਪਣੀ ਆਵਾਜ਼ ਜਿਹੜੀ ਆ ਉਹ ਰੱਖ ਹੋਣੀ ਹੈ ਤੇ ਉਹ ਪ੍ਰਮਾਤਮਾ ਨੇ ਸਾਧਨ ਦਿੱਤੇ ਨੇ, ਤੇ ਉਹਦੇ ਲਈ ਨਾਲ ਅਸੀਂ ਜ਼ਰੂਰ ਹੁਣ। ਬਾਕੀ ਮੈਂ ਇੱਕ ਗੱਲ ਤਾਂ ਸਪਸ਼ਟ ਆ ਜੀ, ਚੰਗੇ ਕੰਮਾਂ ਦਾ ਅਸੀਂ ਅੱਗੇ ਹੋ ਕੇ ਸਵਾਗਤ ਕਰੂੰਗਾ ਤੇ ਜਿਹੜੇ ਮਾੜੇ ਕੰਮ ਹੋਣਗੇ ਜਾਂ ਕਰਨ ਦੀ ਤਿਆਰੀ ਕਰਨਗੇ ਜਾਂ ਕਰ ਚੁੱਕੇ ਹੋਣਗੇ ਜਾਂ ਕਰਨ ਦੀ ਪਲੈਨਿੰਗ ਹੋਊਗੀ, ਉਹਨਾਂ ਤਿੰਨਾਂ ਦੇ ਭਾਂਡੇ ਕੌਮ ਦੇ ਸਾਹਮਣੇ ਭੰਨਾਂਗੇ ਜੀ। ਤੇ ਕਿਵੇਂ ਸੰਗਤ ਕਿਵੇਂ ਟਰਸਟ ਕਰੇ? ਕਿਉਂਕਿ ਪਹਿਲਾਂ ਵੀ ਵਿਰੋਧੀ ਧਿਰ ਦੇ 2 ਮੈਂਬਰ ਸੀਗੇ ਕਾਰਜਕਾਰਨੀ, ਤੁਸੀਂ ਕਿਹਾ ਕਿ ਕੋਈ ਇਸ ਤਰ੍ਹਾਂ ਦੀ ਜਿਹੜੀ ਗਤੀਵਿਧੀ ਸਾਹਮਣੇ ਨਹੀਂ ਆਈ ਕਿ ਕਿਸੇ ਵੀ ਇਹੋ ਜਿਹੇ ਫੈਸਲੇ ਦੀ ਵਿਰੋਧਤਾ ਕਰਦੇ ਰਹੇ ਹੋਣ, ਤੇ ਸੰਗਤ ਕਿਵੇਂ ਟਰਸਟ ਕਰੂਗੀ? ਨਹੀਂ, ਇਹ ਨਹੀਂ ਗੱਲ ਵੀ ਉਹਨਾਂ ਨੇ ਵਿਰੋਧਤਾ ਨਹੀਂ ਕੀਤੀ, ਉਹਨਾਂ ਨੇ ਜਿੰਨਾ ਕੋ ਉਹਨਾਂ ਨੂੰ ਪ੍ਰਮਾਤਮਾ ਨੇ ਤਾਣ ਦਿੱਤਾ। ਸਾਡੇ ਮਾਸਟਰ ਜੀ ਮਿੱਠੂ ਸਿੰਘ ਜੀ ਹਾਲਾਂਕਿ ਰਿਟਾਇਰਡ ਮਾਸਟਰ ਨੇ, ਉਹ ਬੜੇ ਮਾਹਰ ਨੇ ਜਿਹੜੇ ਕਾਗਜ਼ੀ ਪੱਤਰੀ ਜੀ। ਉਹਨਾਂ ਨੇ ਬਜਟ ਦੇ ਉੱਤੇ ਬਹੁਤ ਸੋਹਣੀ ਤਿਆਰੀ ਕਰਕੇ ਲੈਂਦੀ ਸੀ। ਬਜਟ ਦੇ ਅੰਕੜੇ ਉਹਨਾਂ ਨੇ ਪਿਛਲੀ ਵਾਰ ਜਦੋਂ ਦਿੱਤੇ, ਇਹਨਾਂ ਦੇ ਕੋਲ ਜਵਾਬ ਨਹੀਂ ਸੀ। ਕਾਲਜਾਂ ਦੇ ਉਹਨਾਂ ਨੇ ਲੇਖ ਲਿਖੇ ਨੇ ਅਖਬਾਰਾਂ ਦੇ ਵਿੱਚ, ਉਹਨਾਂ ਨੂੰ ਅਸੀਂ ਐਪਰੀਸ਼ੀਏਟ ਕਰਦੇ ਹਾਂ। ਤੇ ਉਹਦਾ ਮਤਲਬ ਇਹ ਹੈ ਹੁਣ ਇਹ ਨਹੀਂ ਮੈਂ ਉਹਨਾਂ ਨੂੰ ਨਾਲ ਲੈ ਕੇ ਰੱਖਣਾ, ਅਸੀਂ ਜਿਹੜੇ ਨੇ ਇਸ ਵਾਰ ਮੈਂ ਬਲਕਿ 2-3 ਅਸੀਂ ਕਮੇਟੀਆਂ ਬਣਾ ਦੇਣੀਆਂ। ਠੀਕ ਹੈ। ਸਾਡੀ ਆਪੋਜੀਸ਼ਨ ਦੇ ਵਿੱਚੋਂ ਐਜੂਕੇਸ਼ਨ ਦੀ ਤਿਆਰੀ ਤੇ ਇਸੇ ਤਰ੍ਹਾਂ ਜਿਹੜੇ ਹੋਰ ਉਹਦੇ ਤੇ ਵੀ ਰੱਖਾਂਗੇ, ਤਾਂ ਕਿ ਦੇਖੋ ਇਹ ਨਹੀਂ ਕਿ ਮੈਂ ਉਹੀ ਬਿਨਾਂ ਮਤਲਬ ਤੋਂ ਪੋਲੀਟੀਕਲ ਮਾਈਲੇਜ ਲੈਣ ਲਈ ਜਾਂ ਆਪਣੇ ਆਪ ਨੂੰ ਚਮਕਾਉਣ ਲਈ, ਕਿਉਂਕਿ ਮੈਂ ਮਹਿਸੂਸ ਕਰਦਾ ਕਿ ਜਿੱਥੇ ਜਿਹੜੇ ਘਰ 'ਚ ਮੈਨੂੰ ਪ੍ਰਮਾਤਮਾ ਨੇ ਜਨਮ ਦਿੱਤਾ ਤੇ ਜਿਸ ਪਿਓ ਦੇ ਘਰ ਮੈਂ ਜੰਮਿਆ, ਸ਼ਾਇਦ ਇਹ ਉਹਦੇ ਮੈਨੂੰ ਇਹ ਲੱਗਦਾ ਕਿ ਮੇਰੇ ਲਈ ਇਹ ਬਹੁਤ ਛੋਟੇ ਨੇ ਜੋ ਪ੍ਰਮਾਤਮਾ ਨੇ ਵਡਿਆਈਆਂ ਪਹਿਲਾਂ ਹੀ ਦਿੱਤੀਆਂ ਹੋਈਆਂ ਜੀ। ਯਾਨੀ ਕਿ ਤੁਸੀਂ ਪੂਰਾ ਮਤਲਬ ਸਹੀ ਤਰੀਕੇ ਨਾਲ ਕੰਮ ਕਰਨ ਦਾ ਦਾਅਵਾ ਕਰਦੇ ਹੋ ਕਿ ਕਾਰਜਕਾਰਨੀ ਦੇ ਵਿੱਚ ਰਹਿ ਕੇ ਤੁਸੀਂ ਕੁਝ ਨਾ ਕੁਝ ਬਦਲਾਅ ਲਿਆ ਸਕੋਗੇ, ਪਰ ਜਿਹੜੀ ਬਹੁਤਾਤ ਹੈ ਉਹ ਤਾਂ ਉਧਰਲੀ ਧਿਰ ਦੀ ਹੈਗੀ ਹੈ ਨਾ, ਤੁਸੀਂ ਇਕੱਲੇ ਕਿਵੇਂ ਜਿਹੜਾ ਹੈਗਾ ਭਿੜੋਗੇ ਉੱਥੇ? ਔਰ ਸਭ ਤੋਂ ਪਹਿਲੀ ਗੱਲ ਹੈ ਜਿਹੜੀ, ਕਿਹੜੇ ਮੁੱਦੇ ਤੇ ਤੁਸੀਂ ਸਭ ਤੋਂ ਪਹਿਲਾਂ ਆਪਣੀ ਜਿਹੜੀ ਮੰਗ ਰੱਖੋਗੇ? ਕਿਉਂਕਿ ਕਾਰਜਕਾਰਨੀ ਦੀ ਬੈਠਕ ਵੀ ਹੋਣੀ ਹੈ, ਸਭ ਤੋਂ ਪਹਿਲਾਂ ਤੁਸੀਂ ਕੀ ਲਿਜਾ ਰਹੇ ਹੋ? ਦੇਖੋ, ਸਭ ਤੋਂ ਪਹਿਲਾਂ ਤਾਂ ਇੱਕ ਤਰ੍ਹਾਂ ਦਾ ਪਹਿਲੀ ਜਿਹੜੀ ਮੀਟਿੰਗ ਹੋਣੀ ਹੈ ਉਹਦੇ ਵਿੱਚ ਤਾਂ ਮੁਲਾਕਾਤ ਹੈ ਜੀ, ਰਸਮੀ ਪਛਾਣ ਹੈ, ਤੇ ਉੱਥੇ ਮੈਂ ਆਪਣੀ ਕੁਝ ਜਿਹੜੀ ਵਿਚਾਰ ਆ ਉਹਨਾਂ ਨੂੰ ਦੱਸ ਦਿਆਂਗਾ। ਠੀਕ ਹੈ। ਕਿ ਦੇਖੋ ਅਸੀਂ ਬੜੇ ਸਪਸ਼ਟ ਆ, ਕਲੀਅਰ ਹੈ ਕਿ ਕੋਈ ਅਸੀਂ ਵਿਰੋਧ ਕਰਨ ਵਾਸਤੇ ਹੀ ਵਿਰੋਧ ਨਹੀਂ ਕਰਨਾ, ਵੀ ਮਤਲਬ ਇਸ ਵਾਸਤੇ ਅਸੀਂ ਬਣਿਆ, ਅਸੀਂ ਸਹਿਯੋਗ ਲਈ ਵੀ ਤਿਆਰ ਆ, ਪਰ ਜੇ ਤੁਸੀਂ ਪੰਥਕ ਹਿੱਤਾਂ ਦੇ ਵਿੱਚ ਕੰਮ ਕਰਨ ਲਈ ਤਿਆਰ ਹੋ ਜੀ ਜੀ, ਠੀਕ ਹੈ ਨਾ ਗੱਲ? ਮੁੱਦੇ ਬੜੇ ਨੇ, ਮੁੱਦੇ ਔਰ ਬੜੇ ਸੀਰੀਅਸ ਨੇ। ਸਭ ਤੋਂ ਪਹਿਲੀ ਗੱਲ, ਜਥੇਦਾਰ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਇੱਕ ਮੁੱਦਾ ਜਿਹੜਾ ਬਹੁਤ ਵੱਡੇ ਪੱਧਰ ਤੇ ਉਹ ਲੈ ਕੇ ਤੁਰੇ ਨੇ, ਔਰ ਉਹਨਾਂ ਦਾ ਨਿੱਜੀ ਮੁੱਦਾ ਨਹੀਂ, ਉਹ ਸਾਡੀ ਕੌਮ ਦਾ ਮੁੱਦਾ ਔਰ ਸਾਡੀਆਂ ਆਉਣ ਵਾਲੀਆਂ ਨਸਲਾਂ ਦਾ ਮੁੱਦਾ। ਉਹ ਹੈ ਜੂਨ 1984 ਦਾ ਜਿਹੜਾ ਸਰਮਾਇਆ, ਜਿਹਦੇ ਤੇ ਅੱਜ ਤੁਸੀਂ ਦੇਖੋ ਅਵਤਾਰ ਸਿੰਘ ਮੱਕੜ ਜੀ, ਉਸ ਤੋਂ ਬਾਅਦ ਕਿਰਪਾਲ ਸਿੰਘ ਬਡੂੰਗਰ ਤੇ ਗੋਬਿੰਦ ਸਿੰਘ ਲੌਂਗੋਵਾਲ, ਬੀਬੀ ਜਗੀਰ ਕੌਰ ਤੇ 5ਵਾਂ ਪ੍ਰਧਾਨ ਆ ਗਿਆ। ਇਹ ਜਿਹੜੀ ਸਾਡੀ ਟਨਿਓਰ ਹੈ, 5 ਪ੍ਰਧਾਨਾਂ ਦੇ ਉੱਤੇ ਇਹੀ ਐਲੀਗੇਸ਼ਨ ਹੈ
ਜੇ ਧਾਮੀ ਸਾਹਿਬ ਕਰ ਦੇਣਗੇ ਫਿਰ ਇਹਨਾਂ ਤੇ ਤਾਂ ਨਹੀਂ ਲੱਗੂਗਾ, ਪਰ ਜਿੱਥੇ ਤੱਕ ਦੇਖਦੇ ਹੁਣ ਕੀ ਕਰਦੇ ਨੇ ਕਿ ਸ਼੍ਰੋਮਣੀ ਕਮੇਟੀ ਉਸ ਕੇਸ ਦੀ ਨਾ ਪੈਰਵਾਈ ਕਰ ਰਹੀ ਹੈ, ਨਾ ਉਹਦਾ ਜਵਾਬ ਦੇ ਰਹੀ ਹੈ, ਨਾ ਕੋਰਟ ਨੂੰ ਕੁਝ ਦੱਸ ਰਹੀ ਹੈ ਤੇ ਨਾ ਪੰਥ ਨੂੰ ਕੁਝ ਦੱਸ ਰਹੀ ਹੈ। ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਜਿਹੜਾ ਖਜ਼ਾਨਾ ਸੀ, ਜੀ ਦੋ ਹੀ ਕਚਹਿਰੀਆਂ ਨੇ ਸਾਡੇ ਕੋਲ, ਜਾਂ ਸੰਗਤ ਦੀ ਕਚਹਿਰੀ ਹੈ ਜਾਂ ਕੋਰਟ ਹੈ। ਹੁਣ ਕੋਰਟ ਦੇ ਵਿੱਚ ਅਗਲੇ ਕਹਿੰਦੇ ਨੇ ਵੀ ਆਹ ਕੁਝ ਇਹਨਾਂ ਨੂੰ ਵਾਪਸ ਕਰ ਦਿੱਤਾ, ਤਾਂ ਉੱਥੇ ਇਹਨਾਂ ਦੀਆਂ ਰਸੀਟਾਂ ਨੇ, ਤਾਂ ਫਿਰ ਇਹ FIR ਦਰਜ ਕਿਉਂ ਨਹੀਂ ਕਰਾਉਂਦੇ, ਕਾਰਵਾਈ ਕਿਉਂ ਨਹੀਂ ਕਰਾਉਂਦੇ? ਯਾਨੀ ਕਿ ਤੁਸੀਂ ਪ੍ਰੈਸ਼ਰ ਪਾਓਗੇ ਕਿ ਇਹ ਮੁੱਦਾ ਹੱਲ ਹੋਵੇ। ਬਿਲਕੁਲ ਇਹ ਮੁੱਦਾ ਹੱਲ ਹੋਵੇ। ਤੇ ਦੂਸਰਾ ਜਿਹੜਾ ਹੁਣ ਤੱਕ ਪੰਥਕ ਅਕਾਲੀ ਲਹਿਰ ਦੀ ਗੱਲ ਹੋਈ ਹੈ, ਕਿਉਂਕਿ ਤੁਸੀਂ ਪੰਥਕ ਅਕਾਲੀ ਲਹਿਰ ਦੇ ਨਾਲ ਵੱਡੇ ਰੂਪ ਦੇ ਵਿੱਚ ਜੁੜੇ ਹੋਏ ਹੈਗੇ ਹੋ, ਸਭ ਤੋਂ ਵੱਡਾ ਮੁੱਦਾ ਜਿਹੜਾ ਚੁੱਕਿਆ ਜਾਂਦਾ ਰਿਹਾ 328 ਸਰੂਪ ਜਿਹੜੇ ਹੈਗੇ ਨੇ ਛਾਪੇਖਾਨੇ ਦੇ ਵਿੱਚੋਂ ਗਾਇਬ ਹੋ ਜਾਂਦੇ ਨੇ। ਮੈਂ ਇਸ ਤੋਂ ਬਾਅਦ ਕਰਨ ਲੱਗਿਆ ਸੀਗਾ ਵੀ ਇਹ ਮੁੱਦਾ ਤੇ 328 ਸਰੂਪਾਂ ਦਾ ਮੁੱਦਾ, ਜੀ ਇਸ ਤੋਂ ਇਲਾਵਾ ਇੱਕ ਅਜਿਹਾ ਮੁੱਦਾ ਜਿਹਦੇ ਤੇ ਸਾਡਾ ਧਿਆਨ ਨਹੀਂ ਜਾ ਰਿਹਾ ਹਜੇ, ਮੇਰਾ ਖਿਆਲ ਪ੍ਰੈਸ ਦਾ ਵੀ ਨਹੀਂ ਜਾ ਰਿਹਾ ਜੀ। ਸਾਡੀ ਜਿਹੜੀ ਬਣਾਈ ਹੋਈ ਇੱਕ ਮਰਜ਼ਾਦਾ, ਉਹਨੂੰ ਵੀ ਲੰਗੜੀ ਕੀਤਾ ਹੋਇਆ ਇਸ ਵਕਤ ਸ਼੍ਰੋਮਣੀ ਕਮੇਟੀ ਨੇ। ਦੇਖੋ ਸਾਡੇ ਕੋਲ ਪੰਜਾਬ 'ਚ 3 ਤਖਤ ਨੇ, ਪਰ ਉਹਨਾਂ ਤਖਤਾਂ ਦੇ ਉੱਤੇ ਜਿਹੜੇ ਲਾਏ ਹੋਏ ਜਥੇਦਾਰ ਨੇ ਉਹ 2 ਨੇ ਜੀ। ਇੱਕ ਜਿਵੇਂ ਮਤਲਬ DC ਛੁੱਟੀ ਤੇ ਚਲਿਆ ਜਾਂਦਾ, ਵੀ ਮਤਲਬ ਫਤਿਹਗੜ੍ਹ ਸਾਹਿਬ ਦਾ DC ਛੁੱਟੀ ਤੇ ਚਲਿਆ ਗਿਆ, ਉਹਦਾ ਵਾਧੂ ਚਾਰਜ ਰੋਪੜ ਵਾਲੇ ਨੂੰ ਦੇ ਦਿੰਦੇ ਨੇ ਜੀ। ਉਹ ਪਰ ਉਹ ਕੁਝ ਟਾਈਮ ਲਈ ਹੁੰਦਾ। ਬਿਲਕੁਲ। ਹੁਣ ਤੁਸੀਂ ਦੇਖੋ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਤੇ ਵੀ ਬੈਠੇ ਹੋਏ ਨੇ, ਤੇ ਇਧਰਲੇ ਪਾਸੇ ਉਹ ਦਮਦਮਾ ਸਾਹਿਬ ਤੇ ਬੈਠੇ ਹੋਏ ਨੇ। ਔਰ ਇਹ ਬੜੀ ਅਹਿਮ ਗੱਲ ਹੈ ਕਿ ਤਖਤ ਸ੍ਰੀ ਦਮਦਮਾ ਸਾਹਿਬ ਦੇ ਉਹ ਜਥੇਦਾਰ ਨੇ ਤੇ ਇੱਧਰ ਕਾਰਜਕਾਰੀ, ਯਾਨੀ ਕਿ ਸਿੱਖਾਂ ਦੀ ਜਿਹੜੀ ਸਭ ਤੋਂ ਉੱਚੀ ਸੰਸਥਾ ਹੈਗੀ ਉੱਥੇ ਕਾਰਜਕਾਰੀ ਨੇ। ਤੇ ਕੀ ਗੱਲ, ਹਾਲਾਂਕਿ ਸਾਨੂੰ ਇਹ ਪਤਾ ਵੀ ਜਿਹਨੇ ਵੀ ਬਣਨਾ ਉਹਨੇ ਕਰਨੀ ਨੌਕਰੀ ਹੋਏ ਸ਼੍ਰੋਮਣੀ ਕਮੇਟੀ ਦੀ, ਗ੍ਰੰਥੀ ਸਿੰਘ ਨਹੀਂ ਬਣਨਾ। ਪਰ ਮੈਂ ਇਹ ਪੁੱਛੂੰਗਾ ਵੀ ਕੀ ਤੁਹਾਡੇ ਕੋਲ ਐਡੀ ਸ਼੍ਰੋਮਣੀ ਕਮੇਟੀ 'ਚ ਇੱਕ ਗ੍ਰੰਥੀ ਸਿੰਘ ਵੀ ਨਹੀਂ ਹੈਗਾ ਜਿਹਨੂੰ ਤੁਸੀਂ ਲਾ ਕੇ ਆਪਣਾ ਇਹ ਪੂਰੀ ਕਰ ਲਓ? ਹਾਲਾਂਕਿ ਉਹਨਾਂ ਤੋਂ ਸਾਨੂੰ ਕੋਈ ਉਮੀਦ ਨਹੀਂ ਵੀ ਉਹ ਪੰਥ ਦੇ ਕੋਈ ਫੈਸਲੇ ਲੈ ਲੈਣਗੇ, ਕਿਉਂਕਿ ਜਿਹੇ ਜਿਹੇ ਰੰਗ ਗਿਆਨੀ ਹਰਪ੍ਰੀਤ ਸਿੰਘ ਨੇ ਲਾਏ ਨੇ ਉਹ ਇਹ ਜੋ ਲਾਦੂ ਜਿਹੜਾ ਆਊਗਾ। ਪਰ ਕਮ ਸੇ ਕਮ ਤੁਸੀਂ ਕੋਰਮ ਤਾਂ ਪੂਰਾ ਕਰ ਲਓ, ਬਿਠਾ ਤਾਂ ਲਓ ਵੀ ਆ। ਪਰ ਫਿਰ ਉਹੀ ਹੈ ਨਾ ਕਿ ਜੇ ਫੈਸਲੇ ਨਹੀਂ ਲੈਣੇ ਤੇ ਫਿਰ ਤੁਹਾਨੂੰ ਇਸ ਮਸਲੇ 'ਚ ਪੈਣ ਦਾ ਫਾਇਦਾ ਕੀ ਹੈ? ਨਹੀਂ ਦੇਖੋ, ਇਹ ਹੁਣ ਮਤਲਬ ਜਿੰਨੀ ਦੇਰ ਹੈਗੇ ਤੇ ਤਖਤ ਖਾਲੀ ਕਰ ਦੇਣਾ। ਜੇ ਪੰਥਕ ਫੈਸਲੇ ਨਹੀਂ ਲਊਗਾ ਤਾਂ ਕੋਈ ਉਹਦੇ ਜਿਹੜੇ ਤਖਤ ਦੇ ਨਾਲ ਸੰਬੰਧਿਤ, ਗੁਰੂ ਘਰ ਦੇ ਨਾਲ ਸੰਬੰਧਿਤ ਹੋਣਗੇ ਫੈਸਲੇ, ਉਹ ਤਾਂ ਲਊਗਾ ਨਾ ਜੀ। ਉਹਦੀ ਤਾਂ ਉਹਦੀ ਜ਼ਿੰਮੇਵਾਰੀ ਬਣੂਗੀ। ਹੁਣ ਤਾਂ ਬਾਲੀ ਵਾਰਸੇ ਕੋਈ ਨਹੀਂ ਹੈਗਾ ਜੀ। ਤੇ ਭਾਈ ਸਾਹਿਬ, ਜਿਵੇਂ ਅੰਤਰਿੰਗ ਕਮੇਟੀ ਹੈ ਜਿਹੜੀ, ਤੁਸੀਂ SGPC ਦੇ ਵਿੱਚ ਵਿਚਰਦੇ ਹੈਗੇ ਹੋ, ਤੁਸੀਂ ਵਿਰੋਧੀ ਧਿਰ ਦੇ ਵਿੱਚੋਂ ਇਕੱਲੇ ਮੈਂਬਰ ਹੋ, ਤੁਸੀਂ ਮੁੱਦੇ ਨੇ ਜਿਹੜੇ ਉਹ ਬੜੇ ਸਹੀ ਚੱਕ ਰਹੇ ਹੋ ਕਿ ਸਭ ਤੋਂ ਪਹਿਲਾਂ ਇਸ ਮੁੱਦੇ ਤੇ ਮੈਂ ਗੱਲ ਕਰਨੀ ਹੈਗੀ ਹੈ। ਤੁਹਾਡੀ ਉੱਥੇ ਗੱਲ ਕਿੰਨੀ ਕੁ ਸੁਣੀ ਜਾਊਗੀ? ਆਪਾਂ ਜੇ ਇੱਕ ਪ੍ਰਕਿਰਿਆ ਦੀ ਗੱਲ ਕਰ ਲਈਏ, ਉੱਥੇ ਕਿਵੇਂ ਤੁਸੀਂ ਆਪਣੀ ਗੱਲ ਹੈ ਜਿਹੜੀ, ਠੀਕ ਹੈ ਤੁਸੀਂ ਗੱਲ ਜਾ ਕੇ ਰੱਖ ਦੋਗੇ, ਮੰਨਣੀ ਜਾਂ ਨਾ ਮੰਨਣੀ ਉਹ ਤਾਂ ਉਹਨਾਂ ਦੇ ਸਿਰ ਹੈ। ਭੈਣ ਜੀ ਮੇਰਾ ਇਹ ਤਜਰਬਾ, ਹੁਣ ਤਾਂ ਮੈਂ ਚਲੋ ਅੰਤਰਿੰਗ ਕਮੇਟੀ ਮੈਂਬਰ ਬਣ ਗਿਆ ਨਾ, ਜਦੋਂ ਮੈਂ ਸਿੰਪਲ ਮੈਂਬਰ ਵੀ ਸੀ, ਜਿਹੜੀ ਗੱਲ ਮੈਂ ਇੱਥੋਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਕਰਦਾ ਸੀ ਨਾ, ਗੱਲ ਤਾਂ ਉਹ ਵੀ ਉਹਨਾਂ ਨੂੰ ਸੁਣਨੀ ਪੈਂਦੀ ਸੀ। ਠੀਕ ਹੈ। ਉਹਦੇ ਤੇ ਵੀ ਉਹ ਤੁਰਦੇ ਸੀ, ਕੋਈ ਨਾ ਕੋਈ ਉਹਦਾ ਹੱਲ। 328 ਸਰੂਪਾਂ ਵਾਲਾ ਤੁਸੀਂ ਪਿਛੋਕੜ ਦੇਖੋ ਕਿ ਸਭ ਤੋਂ ਪਹਿਲੀ ਵੀਡੀਓ, ਹੁਣ ਮੈਨੂੰ ਨਹੀਂ ਪਤਾ ਵੀ ਹੁਣ ਕਿਹੜੇ ਕਿਹੜੇ ਉਹਦੇ ਵਿੱਚ ਇਨਵੋਲਵ ਹੋ ਗਏ, ਮੈਨੂੰ ਕੋਈ ਇਸ ਗੱਲ ਦਾ ਮੈਂ ਕ੍ਰੈਡਿਟ ਨਹੀਂ ਲੈਣਾ ਚਾਹੁੰਦਾ, ਪਰ ਮੈਂ ਮਾਣ ਨਾਲ ਕਹਿ ਸਕਦਾ ਕਿ ਕਰੋਨਾ ਕਾਲ ਸੀ, ਜੂਨ ਦਾ ਮਹੀਨਾ ਸੀ, ਇੱਕ ਵਕੀਲ ਸਾਹਿਬ ਨੇ ਸਾਨੂੰ ਇਹ ਗੱਲ ਦੱਸੀ ਜੀ, ਤੇ ਇੰਗਲੈਂਡ ਤੋਂ ਇੱਕ ਰੇਡੀਓ ਦੇ ਮਾਧਿਅਮ ਰਾਹੀਂ ਮੇਰੇ ਕੋਲ ਇਨਫੋਰਮੇਸ਼ਨ ਆਈ ਜੀ। ਪਹਿਲਾਂ ਉਸ ਤੋਂ ਬਾਅਦ ਸਭ ਤੋਂ ਪਹਿਲੀ ਵੀਡੀਓ ਇਹਦੇ ਤੇ ਮੈਂ ਪਾਈ ਸੀ ਜੀ ਜੀ। ਠੀਕ ਹੈ। ਉਸ ਤੋਂ ਬਾਅਦ ਇਹ ਕੰਮ ਸ਼ੁਰੂ ਹੋਇਆ, ਤਾਂ ਇਸ ਕਰਕੇ ਜੇ ਮੈਂ ਉਦੋਂ ਇੱਕ ਗੱਲ ਬੋਲੀ ਤੇ ਅੱਜ 328 ਸਰੂਪਾਂ ਦਾ ਮਾਮਲਾ ਇੰਟਰਨੈਸ਼ਨਲ ਸਿੱਖਾਂ ਦਾ ਮੁੱਦਾ ਬਣ ਚੁੱਕਿਆ ਹੈ। ਤੇ ਇਹ ਤਾਂ ਨਹੀਂ ਹੋਊਗਾ ਵੀ ਕਿ ਕਮੇਟੀ ਤੋਂ ਬੜੀਆਂ ਆਸਾਂ ਹੁੰਦੀਆਂ ਨੇ, ਹੁਣ ਇਸ ਕਾਰਜਕਾਰਨੀ ਦੀ ਚਰਚਾ ਹੋ ਰਹੀ ਹੈ। ਕਈ ਵਾਰੀ ਜ਼ਿਆਦਾਤਰ ਕੀ ਹੁੰਦਾ ਹੈ ਕਿ ਰੌਲੇ ਰੱਪੇ ਦੇ ਵਿੱਚ ਹੀ ਸਾਰੀ ਜਿਹੜੀ ਮੀਟਿੰਗ ਹੈ ਉਹ ਖਤਮ ਹੋ ਜਾਂਦੀ ਹੈ। ਕੋਈ ਇਹੋ ਜਿਹਾ ਤਾਂ ਨਹੀਂ ਹੋਊਗਾ ਕਿ ਰੌਲਾ ਰੱਪਾ ਪੈ ਕੇ ਬਸ ਉੱਥੇ ਕੰਮ ਠੱਪ ਹੋ ਜਾ ਕਰੂ, ਕੰਮ ਹੋਣੇ ਨਹੀਂ? ਦੇਖੋ ਮੈਂ ਤੁਹਾਡੇ ਮਾਧਿਅਮ ਰਾਹੀਂ ਇਸ ਨਿਜ਼ਾਮ ਨੂੰ ਇੱਕ ਮੈਸੇਜ ਜ਼ਰੂਰ ਦੇਣਾ ਚਾਹੁੰਦਾ ਜੀ ਕਿ ਦੇਖੋ, ਮੈਂ ਗੁਰੂ ਸਾਹਿਬ ਦੀ ਹਜ਼ੂਰੀ ਤੇ ਬੈਠ ਕੇ ਗੁਰੂ ਦੀ ਗੱਲ ਕਰਨੀ ਹੈ, ਗੁਰਬਾਣੀ ਦੇ ਅਰਥ ਕਰਨੇ ਨੇ। ਮੈਂ ਐਦਾਂ ਗੰਦ ਸਿੱਟਦਾ ਉੱਥੇ ਚੰਗਾ ਨਹੀਂ ਲੱਗਦਾ। ਮੈਂ ਨਾਰੇ ਨਾ ਕਦੇ ਮਾਰੇ ਨੇ ਤੇ ਨਾ ਮੈਂ ਮਾਰਨੇ ਨੇ ਜੀ। ਪਰ ਜੇ ਇਹਨਾਂ ਨੂੰ ਲੋੜ ਹੋਊਗੀ ਤਾਂ ਮਾਰਨੇ ਵਾਲੇ ਲੈ ਆਉਂਗਾ ਮੈਂ। ਉਹ ਇਹਨਾਂ ਨੇ ਫੈਸਲਾ ਕਰਨਾ ਵੀ ਕਿਵੇਂ ਚੱਲਣਾ। ਇਹ ਮੈਂ ਬੜੀ ਸਪਸ਼ਟ ਗੱਲ ਕਹਿਣਾ। ਜੇ ਤਾਂ ਅੰਦਰ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲੈ ਬੁਲਾਏ। ਜੇ ਤਾਂ ਇਹ ਸਿਧਾਂਤ ਨਾਲ ਖੜ ਕੇ ਗੱਲ ਕਰਨਗੇ ਤਾਂ ਬਿਲਕੁਲ ਠੀਕ ਹੈ। ਜੇ ਉਹਨਾਂ ਨੂੰ ਇਹ ਚਾਹੀਦਾ ਹੋਇਆ ਵੀ ਨਹੀਂ, ਉਹਨਾਂ ਨੂੰ ਇਹ ਲੋੜ ਹੈ ਵੀ ਨਾਰੇ ਵੱਜਣ ਤੇ 100-150 ਬੰਦਾ ਬਾਹਰ ਹੋਵੇ ਤੇ ਮੈਂ ਅੰਦਰ ਹੋਵਾਂ, ਇਹ ਇੰਤਜ਼ਾਮ ਵੀ ਹੋ ਜਾਊਗਾ। ਜੇ ਉਹ ਚਾਹੁੰਦੇ ਹੋਏ ਵੀ ਘੱਟੋ ਘੱਟ 5-7 ਹਜ਼ਾਰ ਦਾ ਇਕੱਠ ਚਾਹੀਦਾ ਇੱਥੇ ਵੀ ਤਾਂ ਮੁੱਦਾ ਹੱਲ ਹੋਊਗਾ, ਉਹ ਵੀ ਹੋ ਜਾਊਗਾ। ਇਸ ਲਈ ਪਰ ਇਹ ਅਹਿਮ ਸਾਲ ਆ, ਸਾਨੂੰ ਇਹ ਲੱਗਦਾ ਕਿ ਇਹ ਆਖਰੀ ਵਰਾ ਹੋ ਸਕਦਾ ਇਸ ਕਮੇਟੀ ਦਾ, ਅੰਤਰਿੰਗ ਕਮੇਟੀ ਦਾ। ਇਸ ਤੋਂ ਬਾਅਦ ਜਨਰਲ ਇਲੈਕਸ਼ਨ ਹੋ ਜਾਣੀ ਹੈ। ਇਸ ਲਈ ਬੜਾ ਜ਼ਿੰਮੇਵਾਰੀ ਦੇ ਨਾਲ, ਬੜਾ ਸੰਜੀਦੇ ਤਰੀਕੇ ਦੇ ਨਾਲ ਪੰਥਕ ਪਰੰਪਰਾਵਾਂ, ਪੰਥਕ ਰਹੁ ਰੀਤਾਂ,
ਗੁਰਮਤ ਦੀ ਰੋਸ਼ਨੀ ਦੇ ਵਿੱਚ ਮੇਰੀ ਕੋਸ਼ਿਸ਼ ਹੋਊਗੀ ਗੱਲ ਹੋਵੇ ਜੀ। ਤੇ ਨਾ ਮੈਂ ਕਿਸੇ ਦੇ ਕਿਰਦਾਰ ਨੂੰ ਨੀਵਾਂ ਕਰਨਾ ਚਾਹੁੰਦਾ ਤੇ ਪਰ ਨਾ ਮੈਂ ਆਪਣਾ ਹੋਣ ਦੇਣਾ। ਜੀ ਬਿਲਕੁਲ। ਸੋ ਭਾਈ ਸਾਹਿਬ ਤੁਸੀਂ ਗੱਲ ਹੁਣੇ ਸਿਧਾਂਤ ਦੀ ਗੱਲ ਕੀਤੀ ਸੀ, ਜੇ ਸਿਧਾਂਤਕ ਤੌਰ ਤੇ ਆਪਾਂ ਗੱਲ ਕਰ ਲਈਏ ਇਸ ਕਮੇਟੀ ਦੇ ਜਿਹੜੀਆਂ ਇਸ ਕਾਰਜਕਾਰਨੀ ਦੇ ਵਿੱਚ ਪ੍ਰਧਾਨ ਤੋਂ ਲੈ ਕੇ ਜੇ ਅੰਤਰਿੰਗ ਕਮੇਟੀ ਮੈਂਬਰਾਂ ਦੀ ਗੱਲ ਕਰ ਲਈਏ ਤਾਂ ਸਾਰੇ ਨੇ ਜਿਹੜੇ ਉਹ ਵੱਖ-ਵੱਖ ਸਿੱਖ ਸਾਈਕੀ ਦੇ ਲੋਕ ਹੈਗੇ ਨੇ, ਚਾਹੇ ਉਹ ਟਕਸਾਲ ਹੋਵੇ, ਚਾਹੇ ਮਿਸ਼ਨਰੀ ਹੋਣ ਜਾਂ ਫਿਰ ਸੰਤ ਸਮਾਜ। ਤੇ ਇੱਥੇ ਫਿਰ ਜੇ ਕੋਈ ਸਿਧਾਂਤਿਕ ਮਸਲਾ ਹੋਵੇ ਤਾਂ ਉਹ ਤੇ ਫਿਰ ਟਕਰਾਅ ਨਹੀਂ ਹੋ ਜਾਇਆ ਕਰੂਗਾ। ਜੇ ਪ੍ਰਧਾਨ ਸਾਹਿਬ ਦੀ ਗੱਲ ਕਰ ਲਈਏ ਹਰਜਿੰਦਰ ਸਿੰਘ ਧਾਮੀ ਤਾਂ ਉਹ ਨਿਹੰਗ ਜਿਹੜੀ ਜਥੇਬੰਦੀ ਹੈ ਉਹਦੇ ਨਾਲ ਜੁੜੇ ਹੋਏ ਨੇ, ਤੇ ਤੁਹਾਡੀ ਗੱਲ ਕਰ ਲਈਏ ਤੁਸੀਂ ਸੰਤ ਸਮਾਜ ਨਾਲ ਜੁੜੇ ਹੋਏ ਹੋ, ਤੇ ਫਿਰ ਤਾਂ ਇੱਕ ਧੜੇ ਨੇ ਜਿਹੜੇ ਉਹ ਬਣ ਜਾਣਗੇ ਕਮੇਟੀ ਦੇ ਵਿੱਚ। ਹਾਂ ਨਹੀਂ ਦੇਖੋ ਇਹ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜਿਹੜੀ ਆਈਡੀਓਲੋਜੀ ਹੈ, ਜਿਹੜੀ ਆਈਡੀਓਲੋਜੀ ਨੂੰ ਮੈਂ ਬਿਲੋਂਗ ਕਰਦਾ, ਮੈਨੂੰ ਲੱਗਦਾ ਕਿ ਪ੍ਰਧਾਨ ਸਾਹਿਬ ਵੀ ਉਸ ਆਈਡੀਓਲੋਜੀ ਨੂੰ ਹੈ। ਪਰ ਇਹ ਪੰਥ ਆ, ਇਹਦੇ ਵਿੱਚ ਸਾਰੇ ਹੀ ਜਿਵੇਂ ਕਹਿ ਦਈਏ ਵੀ ਵਰਗ ਨੇ, ਸਾਰੀਆਂ ਸੰਪਰਦਾਵਾਂ, ਸਭ ਦੀ ਵਿਚਾਰਧਾਰਾ। ਤੇ ਫਿਰ ਜਿਹੜਾ ਮੈਨੂੰ ਲੱਗਦਾ ਕਿ ਜਦੋਂ ਕੋਈ ਸਿਧਾਂਤਕ ਮਸਲਾ ਆਊਗਾ ਉਹ ਕੱਲਾ ਅੰਤਰਿੰਗ ਕਮੇਟੀ ਨਹੀਂ ਉਹਨੂੰ ਹੱਲ ਕਰ ਸਕਦੀ। ਜੀ ਜੀ। ਉਹ ਹੱਲ ਕਰਨ ਲਈ ਸਮੁੱਚੀਆਂ ਪੰਥਕ ਜਥੇਬੰਦੀਆਂ ਦੀ ਇਕੱਤਰਤਾ ਹੋਣੀ ਜ਼ਰੂਰੀ ਆ, ਉਹਨਾਂ ਦੀ ਸਹਿਮਤੀ ਹੋਣੀ ਜ਼ਰੂਰੀ ਆ। ਪਰ ਐਸਜੀਪੀਸੀ ਵੱਲੋਂ ਵੀ ਜੀ ਆਪਾਂ ਦੇਖਦੇ ਹਾਂ ਜ਼ਿਆਦਾਤਰ ਕਿ ਜਿਹੜੀਆਂ ਜਥੇਬੰਦੀਆਂ ਬੁਲਾਈਆਂ ਜਾਂਦੀਆਂ ਨੇ ਉਹ ਵੀ ਫਿਰ ਆਪਣੇ ਜਿਹੜੀ ਇੱਕ ਸਿਧਾਂਤ ਹੁੰਦਾ ਉਸ ਦੇ ਮੁਤਾਬਿਕ ਦੀਆਂ ਬੁਲਾਈਆਂ ਜਾਂਦੀਆਂ ਨੇ, ਜਿਹੜੀਆਂ ਤੁਹਾਡੇ ਨਾਲ ਕੰਪਰੋਮਾਈਜ਼ ਜਾਂ ਕਰਦੀਆਂ। ਹੁਣ ਸਾਰਿਆਂ ਨੂੰ ਨਹੀਂ ਬੁਲਾਇਆ ਜਾਂਦਾ। ਦੇਖੋ ਮੈਂ ਇਹ ਮਹਿਸੂਸ ਕਰਦਾ ਵੀ ਹਜੇ ਇਹਨਾਂ ਕੋਲ ਆਹ ਗੱਲ ਦਾ ਤਾਂ ਵਕਤ ਹੀ ਨਹੀਂ ਹੈਗਾ। ਇਹ ਤਾਂ ਪਹਿਲਾਂ ਆਪਣੀ ਜਿਹੜੀ ਲੁੱਟ ਖਸੁੱਟ ਹੈ ਉਹਨੂੰ ਹੀ ਲੋਡ ਕਰ ਲੈਣ ਜੀ। ਇਹਨਾਂ ਦੇ ਵਿੱਚ ਜਿੰਨੀਆਂ ਵੱਡੀਆਂ ਖਾਮੀਆਂ ਨੇ, ਦੇਖੋ ਇੱਕ ਮੁੱਦਾ ਇਹ ਵੀ ਉੱਠਣਾ ਕਿ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਬੱਚੇ ਸ਼੍ਰੋਮਣੀ ਕਮੇਟੀ ਦੇ ਵਿੱਚ ਨੌਕਰੀ ਕਰ ਰਹੇ ਨੇ ਜੀ। 1925 ਐਕਟ ਦੇ ਮੁਤਾਬਕ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਮਾਲਕ ਨਹੀਂ ਹੈਗੀ, ਉਹ ਕੇਅਰਟੇਕਰ ਆ ਜੀ ਗੁਰੂ ਘਰਾਂ ਦੀ। ਫਿਰ ਇੱਕ ਮੁੱਦਾ ਮੈਂ ਇਹ ਵੀ ਉਠਾਉਣਾ ਕਿ ਪਿਛਲੇ 10 ਸਾਲਾਂ 'ਚ ਖਾਸ ਕਰਕੇ ਜਦੋਂ ਤੋਂ ਅਵਤਾਰ ਸਿੰਘ ਮੱਕੜ ਦੀ ਪ੍ਰਧਾਨਗੀ ਸ਼ੁਰੂ ਹੋਈ ਜੀ ਜੀ, ਜਿੰਨੇ ਜ਼ਮੀਨਾਂ ਦੇ ਤਬਾਦਲੇ ਕੀਤੇ ਗਏ, ਮੈਨੂੰ ਇਹ ਲੱਗਦਾ ਕਿ ਕਰੋੜਾਂ ਰੁਪਏ ਦੇ ਘਪਲੇ ਇਹਦੇ ਵਿੱਚ ਨਿਕਲਣਗੇ। ਠੀਕ ਹੈ। ਉਹ ਤਬਾਦਲੇ ਸੈਟਿੰਗ ਕਰਕੇ ਕੀਤੇ ਜਾਂਦੇ ਨੇ, ਜਿਵੇਂ ਅੰਬ ਸਾਹਿਬ ਦੀ ਜ਼ਮੀਨ ਦਾ ਹੋਇਆ। ਜ਼ਮੀਨ ਦੀ ਜਗ੍ਹਾ ਜ਼ਮੀਨ ਪੂਰੀ ਕੀਤੀ ਜਾਂਦੀ ਆ, ਪਰ ਕੌਡੀਆਂ ਵਾਲੀ ਜ਼ਮੀਨ ਲਈ ਜਾਂਦੀ ਆ ਤੇ ਸੋਨੇ ਵਾਲੀ ਜ਼ਮੀਨ ਜਿਹੜੀ ਆ ਦਿੱਤੀ ਜਾਂਦੀ ਆ। ਉਹਦੇ ਟੇਬਲ ਦੇ ਥੱਲੇ ਦੀ ਪੈਸੇ ਜਿਹੜੇ ਨੇ ਜੇਬਾਂ ਦੇ ਵਿੱਚ ਭਰ ਲੈਂਦੇ ਨੇ। ਤੇ ਇਹ ਜਾਂਚ ਹੋਣੀ ਬੜੀ ਜ਼ਰੂਰੀ ਆ, ਇਹਦਾ ਬਕਾਇਦਾ ਕਮਿਸ਼ਨ ਬਣਨਾ ਚਾਹੀਦਾ। ਠੀਕ ਹੈ, ਜ਼ਮੀਨਾਂ ਖਰੀਦੀਆਂ ਨੇ ਜਿਹੜੀਆਂ, ਜੀ ਜੀ, ਚਲੋ ਜੇ ਉਹਦੇ ਵਿੱਚ ਕੋਈ ਗੁਰੂ ਘਰ ਦਾ ਇਹ ਹਰਾਮ ਖਾ ਗਿਆ ਆਪੇ ਲੇਖਾ ਦਊਗਾ ਜੀ। ਇਹ ਕੋਈ ਹੈ ਨਹੀਂ ਇੱਥੇ ਕੋੜ ਫੁੱਟ ਕੇ ਦੁਨੀਆ ਮਰਦੀ ਦੇਖੀ ਆ। ਮੈਂ ਫਤਿਹਗੜ੍ਹ ਸਾਹਿਬ ਦੇਖਿਆ ਜਿਨ੍ਹਾਂ ਨੇ ਕੰਧਾਂ ਦੇ ਵਿੱਚੋਂ ਇੱਟਾਂ ਦੇ ਵਿੱਚੋਂ ਗੁਰੂ ਘਰ ਦੇ ਪੈਸੇ ਖਾਦੇ ਤੇ ਇਹੋ ਜੀ ਅੰਤ ਨੂੰ ਮੌਤ ਮਰੇ ਨੇ। ਮੈਂ ਕਹਿੰਦਾ ਪ੍ਰਮਾਤਮਾ ਏਦੋਂ ਦਾ ਬੰਦੇ ਨੂੰ 2 ਵਕਤ ਦੀ ਰੋਟੀ ਦੇ ਦੇਵੇ, ਇਹੋ ਜਿਹੇ ਪੈਸੇ ਨੂੰ ਕਰਨਾ ਕੀ ਆ। ਮੈਂ ਉਸ ਗੱਲ ਤੇ ਨਹੀਂ ਜਾਊਂਗਾ ਕਿਉਂਕਿ ਉਹਦੇ ਵਿੱਚ ਮੇਰੇ ਤੇ ਇਹ ਵੀ ਲੱਗੂ ਕਿ ਸ਼ਾਇਦ ਮੈਂ ਕੋਈ ਪਰਸਨਲ ਲੜਾਈ ਜਿਹੜੀ ਆ ਲੜਨਾ ਵਾਲੇ ਪਾਸੇ ਜਾ ਰਿਹਾ। ਪਰ ਉਹ ਮੈਂ ਇਹ ਕੋਸ਼ਿਸ਼ ਕਰੂੰਗਾ ਕਮਿਸ਼ਨ ਬਣਾਓ, ਉਹਦੇ 'ਚ ਇਹ ਸਮੀਖਿਆ ਕਰੋ ਪਹਿਲੀ ਤਾਂ ਗੱਲ ਗੁਰੂ ਘਰਾਂ ਦੇ ਤਬਾਦਲੇ ਕਿਉਂ ਕੀਤੇ ਗਏ। ਠੀਕ ਹੈ। ਹੁਣ ਅੱਜ ਦੇਖੋ ਅੰਬ ਸਾਹਿਬ ਦੀ ਅਰਬਾਂ ਦੀ ਕੋਈ ਭਾਅ ਹੀ ਨਹੀਂ, ਉਹ ਜ਼ਮੀਨ ਦੇ ਦਿੱਤੀ ਗਈ ਆ ਤੇ ਪਤਾ ਨਹੀਂ ਕਿੱਥੇ ਜਾ ਕੇ ਖੇਤੀ ਵਾਲੀ ਜ਼ਮੀਨ ਲੈ ਲਈ ਹੈ। ਯਾਨੀ ਕਿ ਮਸਲੇ ਜਿਹੜੇ ਵੱਡੇ ਹੈਗੇ ਨੇ ਉਹਨਾਂ ਨੂੰ ਤੁਸੀਂ ਹੱਥ ਪਾਓਗੇ, ਪਰ ਟਾਈਮ ਜੇ ਤੁਸੀਂ ਕਹਿੰਦੇ ਹੋ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਜੇ ਐਸਜੀਪੀਸੀ ਚੋਣ ਹੋਣ ਦੇ ਸੰਕੇਤ ਨੇ ਜਾਂ ਫਿਰ ਸੰਭਾਵਨਾ ਹੈ ਤਾਂ ਟਾਈਮ ਬਹੁਤ ਘੱਟ ਹੈ। ਮੈਨੂੰ ਲੱਗਦਾ ਕਿ ਇਹਨਾਂ ਗੱਲਾਂ ਨੂੰ ਪੂਰੀਆਂ ਹੋਣ ਤੇ ਇੱਛਾ ਸ਼ਕਤੀ ਤੇ ਨਿਰਭਰ ਕਰਦੀ ਹੈ ਗੱਲ ਜੀ ਜੀ। ਜੇ ਕਿਸੇ ਨੇ ਕੰਮ ਕਰਨਾ ਹੋਵੇ ਤਾਂ ਉਹ ਇੱਕ ਮੀਟਿੰਗ ਦੇ ਵਿੱਚ ਵੀ ਸਾਰੇ ਮਸਲੇ ਹੱਲ ਕੀਤੇ ਜਾ ਸਕਦੇ ਨੇ, ਕਮੇਟੀਆਂ ਬਣਾਈਆਂ ਜਾ ਸਕਦੀਆਂ ਨੇ, ਉਹਨਾਂ ਦੇ ਨਿਰੀਖਣ ਹੋ ਸਕਦੇ ਨੇ, ਕਮਿਸ਼ਨ ਬਣਾਏ ਜਾ ਸਕਦੇ ਨੇ। ਤੇ ਜੇ ਕਿਸੇ ਨੇ ਕਿਸੇ ਟੱਬਰ ਦੀ ਚਾਪਲੂਸੀ ਦੇ ਵਿੱਚ ਹੀ ਕੰਮ ਕਰਨਾ ਤਾਂ ਫਿਰ ਜਿਹੜਾ ਹਜ਼ਾਰਾ ਉਹ ਫੜਨਗੇ ਤੇ ਉਹ ਹਜ਼ਾਰਾ ਅਸੀਂ ਫੜ ਲਾਂਗੇ। ਤੇ ਵਿਚਾਰਧਾਰਾ ਦੇ ਤੌਰ ਤੇ ਤੁਸੀਂ ਹੁਣੇ ਕਿਹਾ ਕਿ ਨਵੇਂ ਪ੍ਰਧਾਨ ਸਾਹਿਬ ਤੁਹਾਡੀ ਵਿਚਾਰਧਾਰਾ ਦੇ ਨਾਲ ਮੇਲ ਖਾਣ ਵਾਲੇ ਹੈਗੇ ਨੇ, ਤੇ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਤੋਂ ਆਸ ਕੀਤੀ ਜਾ ਸਕਦੀ ਹੈ, ਪੰਥ ਆਸ ਕਰ ਸਕਦਾ ਹੈ ਕਿ ਕੁਛ ਨਾ ਕੁਛ ਚੰਗੇ ਫੈਸਲੇ ਲਏ ਜਾਣਗੇ? ਦੇਖੋ ਮੈਂ ਉਹਨਾਂ ਨੂੰ ਹਾਲ ਫਿਲਹਾਲ ਮੈਨੂੰ ਨਹੀਂ ਪਤਾ ਵੀ ਕੱਲ ਨੂੰ ਸਥਿਤੀ ਕੀ ਬਣ ਜਾਣੀ ਹੈ। ਅੱਜ ਮੈਂ ਉਹਨਾਂ ਨੂੰ ਬਹੁਤ ਸ਼ਰਾਫਤ ਦਾ ਜਾਂ ਉਹਨਾਂ ਨੂੰ ਬਹੁਤ ਕੋਈ ਚੰਗੇ ਹੋਣ ਦਾ ਸਰਟੀਫਿਕੇਟ ਦੇ ਕੇ ਤੇ ਕੱਲ ਨੂੰ ਮੈਨੂੰ ਉਹਨਾਂ ਦੇ ਖਿਲਾਫ ਬੋਲਣਾ ਪੈ ਜਾਵੇ, ਹੋ ਸਕਦਾ ਉਹਨਾਂ ਦੀ ਉਸ ਵਕਤ ਮਜਬੂਰੀ ਹੋਵੇ ਜੀ। ਤੇ ਇਸ ਲਈ ਮੈਂ ਹਜੇ ਕੁਛ ਨਹੀਂ ਇਹਦੇ ਬਾਰੇ ਕਹਿ ਸਕਦਾ। ਹਾਂ, ਜਿੰਨਾ ਕੁ ਮੈਂ ਉਹਨਾਂ ਨਾਲ 2 ਵਾਰੀ ਮੈਂ ਵਰਤਿਆ, ਉਦੋਂ ਮੈਨੂੰ ਲੱਗਾ ਕਿ ਉਹਨਾਂ ਨੇ ਮੇਰੀ ਬੜੀ ਰਿਸਪੈਕਟ ਕੀਤੀ ਆ। ਉਹ ਮੇਰੀ ਰਿਸਪੈਕਟ ਉਹਨਾਂ ਨੇ ਮੇਰੇ ਪਿਤਾ ਕਰਕੇ ਕੀਤੀ ਆ। ਮੇਰੀ ਭੈਣ ਜੀ ਸਭ ਤੋਂ ਵੱਡੀ ਇਸ ਐਸਜੀਪੀਸੀ ਦੇ ਵਿੱਚ ਇੱਕ ਦੁਖਾਂਤ ਹੈ ਮੇਰਾ ਨਿੱਜੀ। ਜਦੋਂ ਮੈਂ ਕਿਸੇ ਨੂੰ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰਦਾ, ਕੋਈ ਤਾਂ ਉੱਠ ਕੇ ਕਹਿੰਦਾ ਵੀ ਇਹ ਤੇਰੇ ਪਿਓ ਦਾ ਸਤਿਕਾਰ ਬਹੁਤਾ ਕਰਦੇ ਆ, ਕੋਈ ਕਹਿੰਦਾ ਅਸੀਂ ਤੇਰਾ ਸਤਿਕਾਰ ਬਹੁਤਾ ਕਰਦੇ ਆ,
ਤਾਂ ਮੈਂ ਮੇਰੀ ਕਈ ਵਾਰੀ ਉਸੇ ਲਿਹਾਜ਼ ਨਾਲ ਤੁਸੀਂ ਚੁੱਪ ਕਰਕੇ ਬਹਿ ਜਾਂਦੇ ਹੋ। ਨਹੀਂ, ਮੈਂ ਮਤਲਬ ਜਦੋਂ ਅਗਲਾ ਵਾਸਤਾ ਹੀ ਐਡਾ ਵੱਡਾ ਪਾ ਦੇਵੇ ਤੇ ਉੱਥੇ ਫਿਰ ਆਪਣੇ ਆਪ ਨੂੰ ਇਸ ਲਈ ਮੈਂ ਇਹਨਾਂ ਨੂੰ ਇਹ ਕਹੂੰਗਾ ਕਿ ਇਹਦੇ ਵਿੱਚ ਮੈਂ ਨਹੀਂ ਚਾਹੁੰਦਾ ਕਿ ਦੇਖੋ ਕਿਸੇ ਦੇ ਕਰੈਕਟਰ ਨੂੰ ਗੰਦਾ ਕਰਨਾ, ਕਿਸੇ ਤੇ ਐਲੀਗੇਸ਼ਨ ਲਾ ਦੇਣਾ ਤੇ ਉਹਦੇ ਵਿੱਚ ਬਾਅਦ ਦੇ ਵਿੱਚ ਤੁਹਾਡੇ ਕੋਲ ਪ੍ਰੂਫ ਨਾ ਕਰ ਹੋਵੇ, ਉਹ ਗੱਲ ਚੰਗੀ ਨਹੀਂ ਹੁੰਦੀ। ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਤਜਰਬੇ ਦੇ ਵਿੱਚੋਂ ਇਹ ਚੀਜ਼ ਖੱਟੀ ਹੈ ਜੀ। ਤੇ ਪਰ ਮੈਂ ਇਹ ਵੀ ਗੱਲ ਕਹਿਣਾ ਕਿ ਮੈਂ ਜਿਹੜੀ ਗੱਲ ਕਹੀ ਹੈ ਚੰਗੇ ਕੰਮਾਂ ਦੀ ਸ਼ਲਾਘਾ ਕਰਾਂਗੇ, ਪਰ ਜਿੱਥੇ ਮੈਨੂੰ ਲੱਗੂਗਾ ਕਿ ਹੁਣ ਇਹ ਗੱਲ ਜਿਹੜੀ ਆ ਆਊਟ ਹੋ ਰਹੀ ਹੈ ਤਾਂ ਫਿਰ ਮੈਂ ਕਿਹੜਾ ਇੱਥੇ ਕਿਸੇ ਤੋਂ ਕੋਈ ਮੈਂ ਉਹੀ ਕਹਿਣ ਲੱਗੀ ਸੀ ਮੈਂ ਕੋਈ ਲੈ ਕੇ ਕਾਹਦਾ ਹੋਇਆ। ਬਿਲਕੁਲ। ਤੇ ਹੁਣ ਤਾਂ ਪ੍ਰਧਾਨ ਸਾਹਿਬ ਤੁਹਾਡੀ ਵਿਚਾਰਧਾਰਾ ਦੇ ਨੇ ਤੇ ਉਹ ਜਦੋਂ ਸਾਨੂੰ ਕਹਿਣਗੇ ਵੀ ਮੈਂ ਤੁਹਾਡੇ ਪਿਤਾ ਜੀ ਦੀ ਇੱਜ਼ਤ ਬਹੁਤ ਕਰਦਾ ਹਾਂ, ਤੁਹਾਡੀ ਇੱਜ਼ਤ ਬਹੁਤ ਕਰਦਾ, ਫਿਰ ਮੁੱਦੇ ਤਾਂ ਪਿੱਛੇ ਰਹਿ ਜਾਣਗੇ ਨਾ। ਨਹੀਂ, ਬਿਲਕੁਲ ਨਹੀਂ ਏਦਾਂ ਦਾ ਫਿਰ ਬਾਦਲ ਪਰਿਵਾਰ ਬਥੇਰੀ ਇੱਜ਼ਤ ਕਰਦਾ ਸੀਗਾ ਸਾਡੀ ਜੀ। ਜੇ ਅਸੀਂ ਇਸ ਗੱਲ ਪਿੱਛੇ ਸਮਝੌਤਾ ਕਰਨਾ ਹੁੰਦਾ ਤਾਂ ਮੈਂ ਅੱਜ ਕਹਿ ਸਕਦਾ ਜਿੰਨੀ ਕਾਰਜਕਾਰਨੀ ਇਸ ਟਾਈਮ ਬੈਠੀ ਆ ਤੇ ਇਹ ਪੁੱਛ ਲੈਣ ਜਾ ਕੇ ਸੁਖਬੀਰ ਸਿੰਘ ਬਾਦਲ ਨੂੰ ਤੇ ਬਿਕਰਮ ਸਿੰਘ ਮਜੀਠੀਆ ਨੂੰ ਕਿ ਸਭ ਤੋਂ ਨੇੜੇ ਜਿਨ੍ਹਾਂ ਦੇ ਨਾਲ ਉਹ ਪੋਲੀਟੀਕਲ ਵੀ ਜਾਂ ਧਾਰਮਿਕ ਵੀ ਸਲਾਹਾਂ ਕਰਦਾ ਸੀ ਉਹ ਕੌਣ ਸੀ ਜੀ। ਮੈਂ ਇੱਕ ਐਸਾ ਰਿਸ਼ਤਾ ਸੀਗਾ ਜਿਹੜਾ ਸ਼ਾਇਦ ਜਦੋਂ ਤੁਸੀਂ ਤੋੜਨਾ ਪਰ ਉਹ ਸਿਧਾਂਤਾਂ ਲਈ ਤੋੜਿਆ। ਬਿਲਕੁਲ। ਸੋ ਸਿਧਾਂਤਾਂ ਲਈ ਤੁਸੀਂ ਰਿਸ਼ਤਾ ਤੋੜਿਆ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੇ ਪ੍ਰਧਾਨ ਹਰਚਰਨ ਸਿੰਘ ਧਾਮੀ ਵੀ ਮੈਨੂੰ ਲੱਗੂਗਾ ਕਿ ਸਿਧਾਂਤਾਂ ਤੋਂ ਹੁਣ ਇਹ ਨਹੀਂ ਠੀਕ ਚੱਲਦਾ ਤੇ ਮੇਰਾ ਫਿਰ ਕੀ ਲੱਗਦਾ ਇਹ। ਬਿਲਕੁਲ। ਸੋ ਭਾਈ ਸਾਹਿਬ ਇਹ ਜੇ ਅਸੀਂ ਬਾਦਲ ਪਰਿਵਾਰ ਤੋਂ ਪਰੇ ਹੋ ਸਕਦੇ ਹਾਂ ਜਿਹਦੇ ਕੋਲ ਸਾਰੀਆਂ ਤਾਕਤਾਂ ਸੀ ਉਹਦੀ ਪਰਵਾਹ ਨਹੀਂ ਕਰੀ ਔਰ ਉਦੋਂ ਛੱਡਿਆ ਜਦੋਂ ਰਾਜ ਕਰਦੇ ਸੀ। ਅੱਜ ਤਾਂ ਜਣਾ ਖਣਾ ਜਿਵੇਂ ਕਹਦੇ ਉਹ ਵੀ ਮਰੇ ਹੋਏ ਸੱਪ ਦੇ ਹਰੇਕ ਲਾਠੀ ਮਾਰਦਾ ਨਾ ਕਿ ਤਾਂ ਹਰੇਕ ਕਹਿੰਦਾ ਵੀ ਇਦਾਂ ਨੇ ਉਦਾਂ ਨੇ। ਅਸੀਂ ਤਾਂ ਉਦੋਂ ਭਰਾ ਮੇਲਾ ਛੱਡ ਕੇ ਆਏ ਵੀ ਨਹੀਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ। ਉਸੇ ਗੱਲ ਤੇ ਮੈਂ ਆ ਰਹੀ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਇੱਕ ਵੱਡੇ ਮੁੱਦੇ ਦੇ ਉੱਤੇ ਤੁਸੀਂ ਬਾਦਲਾਂ ਦਾ ਸਾਥ ਛੱਡਿਆ ਸੀ ਤੇ ਹੁਣ ਐਸਜੀਪੀਸੀ ਦੀ ਅੰਤਰਿੰਗ ਦੇ ਵਿੱਚ ਆ ਕੇ ਬੇਅਦਬੀ ਦੇ ਮਸਲੇ ਦੇ ਉੱਤੇ ਕੀ ਹੋਊ, ਕਿਉਂਕਿ ਬੇਅਦਬੀ ਹੁਣ ਵੀ ਹੋ ਰਹੀ ਹੈ। ਐਸਜੀਪੀਸੀ ਦਾ ਆਪਾਂ ਦੇਖ ਰਹੇ ਹਾਂ ਕਿ ਐਸਜੀਪੀਸੀ ਦਾ ਜੋ ਵੀ ਕੰਮ ਹੈ ਉਹ ਜ਼ੀਰੋ ਤੋਂ ਉੱਤੇ ਨਹੀਂ ਸਮਝਿਆ ਜਾ ਰਿਹਾ ਕਿ ਗੁਰੂ ਘਰਾਂ ਦੇ ਵਿੱਚ ਹਾਲੇ ਵੀ ਉਸ ਤਰੀਕੇ ਨਾਲ ਸੁਰੱਖਿਆ ਜਾਂ ਫਿਰ ਜਿਹੜੀ ਮੁਲਾਜ਼ਮਾਂ ਦੀ ਸੇਵਾਦਾਰਾਂ ਦੀ ਤੈਨਾਤੀ ਹੈ ਉਸ ਦੇ ਵਿੱਚ ਕਿਤੇ ਨਾ ਕਿਤੇ ਤਾਂ ਕਮੀਆਂ ਹੈਗੀਆਂ ਨੇ ਕਿ ਬੇਅਦਬੀ ਵਰਗੀਆਂ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ। ਇੱਕ ਤਾਂ ਮੇਰੀ ਇਹ ਕੋਸ਼ਿਸ਼ ਰਹੂਗੀ ਪਹਿਲੀ ਮੀਟਿੰਗ 'ਚ ਮੈਂ ਇਹਨਾਂ ਨੂੰ ਸਲਾਹ ਰਹੂੰਗਾ ਵੀ ਗੁਰਦੁਆਰਿਆਂ ਦੀ ਮਲਕੀਅਤ ਬਣਾਉਣ ਵਾਸਤੇ ਲੀਡਰਾਂ ਦੇ ਜਾਂ ਅੰਤਰਿੰਗ ਕਮੇਟੀ ਮੈਂਬਰਾਂ ਦੇ ਸਿਫਾਰਸ਼ੀ ਮੈਨੇਜਰ ਨਾ ਲਾਏ ਜਾਣ, ਮੈਨੇਜਰ ਔਨ ਮੈਰਿਟ ਲਾਏ ਜਾਣ। ਜਿਹੜੇ ਕੰਮ ਕਰ ਰਹੇ ਨੇ ਜਿਨ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਉਹਨੂੰ ਬਦਲਿਆ ਨਾ ਜਾਵੇ। ਹੁਣ ਇਹਦਾ ਮਤਲਬ ਇਹ ਨਹੀਂ ਕਿ ਜਿਹੜਾ ਕੋਈ ਮੇਰੇ ਵਰਗਾ ਅਹੁਦੇਦਾਰ ਆ ਗਿਆ ਉਹ ਕਹਿੰਦਾ ਵੀ ਇਹ ਗੁਰਦੁਆਰੇ ਦਾ ਮੈਨੇਜਰ ਬਦਲ ਦੋ। ਹਾਊ ਕੈਨ ਉਹਨੂੰ ਲੋੜ ਕਿਉਂ ਹੈ ਮੈਨੇਜਰ ਬਦਲਾਉਣ ਦੀ? ਇਹਦਾ ਮਤਲਬ ਮੈਨੇਜਰ ਬਦਲਾ ਕੇ ਆਪਣਾ ਬੰਦਾ ਲਾ ਕੇ ਉਹ ਕੁਛ ਨਾ ਕੁਛ ਘਾਲਾ ਮਲਾ ਕਰਦਾ। ਇੱਥੋਂ ਬਦਨਾਮੀ ਦਾ ਜਿਹੜਾ ਬੀਜ ਬੀਜਿਆ ਜਾਂਦਾ ਜਦੋਂ ਕਿਹਾ ਜਾਂਦਾ ਕਿ ਸ਼੍ਰੋਮਣੀ ਕਮੇਟੀ ਨੂੰ ਇਹ ਲੋਕ ਖਾ ਰਹੇ ਨੇ। ਇਸ ਲਈ ਇਹਨਾਂ ਨੂੰ ਪ੍ਰਧਾਨ ਨੂੰ ਸਭ ਤੋਂ ਪਹਿਲਾਂ ਸਖਤ ਹੋ ਕੇ ਇਸ ਗੱਲ ਤੇ ਪਹਿਰਾ ਦੇਣ ਦੀ ਮੈਂ ਸਲਾਹ ਦਿੰਦਾ ਜੇ ਉਹਨੇ ਪ੍ਰਧਾਨਗੀ ਕਰਨੀ ਹੈ। ਜੇ ਉਹਨਾਂ ਨੇ ਗੁਰਦੁਆਰਿਆਂ ਨੂੰ ਲਟਾਉਣ ਵਾਸਤੇ ਇਹ ਆਪਣੇ ਮਤਲਬ ਅੱਗੇ ਫੀਲਿਆਂ ਦੇ ਅੱਗੇ ਫੀਲੇ ਬਿਠਾਉਣੇ ਜਾ ਕੇ ਫਿਰ ਇੱਥੇ ਕੁਝ ਨਹੀਂ ਹੋ ਸਕਦਾ। ਤੇ ਤੁਸੀਂ ਵੀ ਇਹ ਮਹਿਸੂਸ ਕਰਦੇ ਹੋ ਜਿਵੇਂ ਸੰਗਤ ਕਰਦੀ ਹੈ ਕਿ ਜ਼ਿਆਦਾਤਰ ਜਿਹੜੇ ਮੈਨੇਜਰ ਦੀ ਪਦਵੀ ਤੇ ਲਾਏ ਜਾਂਦੇ ਨੇ ਬੰਦੇ ਉਹਨਾਂ ਦਾ ਕਿਰਦਾਰ ਤਾਂ ਹੁੰਦਾ, ਉਹਨਾਂ ਦੀ ਦਿੱਖ ਤਾਂ ਹੁੰਦੀ ਹੈ ਸਿੱਖ ਵਾਲੀ, ਪਰ ਜਿਹੜਾ ਕਿਰਦਾਰ ਹੈ ਉਹ ਨਹੀਂ ਹੁੰਦਾ ਗੁਰਸਿੱਖਾਂ ਵਾਲਾ। ਜਾਂ ਫਿਰ ਕਈ ਐਸਜੀਪੀਸੀ ਮੈਂਬਰਾਂ ਬਾਰੇ ਵੀ ਆਪਾਂ ਕਹਿ ਸਕਦੇ ਹਾਂ ਕਿ ਜ਼ਿਆਦਾਤਰ ਪੋਲੀਟੀਕਲੀ ਮੋਟੀਵੇਟਡ ਹੁੰਦੇ ਨੇ। ਦੇਖੋ ਇਸੇ ਕਰਕੇ ਤਾਂ ਇਸ ਨਿਜ਼ਾਮ ਦੀ ਬਦਨਾਮੀ ਹੁੰਦੀ ਆ। ਮੈਂ ਨਹੀਂ ਇਹ ਕਹਿੰਦਾ ਕਿਸੇ ਵੀ ਸੰਸਥਾ ਵਿੱਚ ਸਾਰੇ ਚੰਗੇ ਨਹੀਂ ਹੁੰਦੇ, ਸਾਰੇ ਮਾੜੇ ਨਹੀਂ ਹੁੰਦੇ, ਪਰ ਉਹਦੇ ਲਈ ਤੁਹਾਨੂੰ ਇੱਕ ਸ਼ਨਾਖਤ ਕਰਨੀ ਚਾਹੀਦੀ ਹੈ। ਚੰਗੇ ਵੈਲ ਐਜੂਕੇਟਡ ਬੰਦੇ ਹੈਗੇ ਸ਼੍ਰੋਮਣੀ ਕਮੇਟੀ 'ਚ, ਉਹਨਾਂ ਨੂੰ ਮੇਨ ਗੁਰੂ ਘਰਾਂ 'ਚ ਮੈਨੇਜਰ ਲਾਓ ਨਾ। ਅਨੰਦਪੁਰ ਸਾਹਿਬ ਚੰਗਾ ਵੈਲ ਐਜੂਕੇਟਡ ਹੋਵੇ, ਫਤਿਹਗੜ੍ਹ ਸਾਹਿਬ ਹੋਵੇ, ਦਮਦਮਾ ਸਾਹਿਬ ਹੋਵੇ, ਦਰਬਾਰ ਸਾਹਿਬ ਦਾ ਹੋਵੇ, ਜਿੱਥੇ ਸੰਗਤ ਦਾ ਬਹੁਤਾ ਵਹਾ ਹੈ। ਚਲੋ ਜਿੱਥੇ ਸੰਗਤ ਦਾ ਥੋੜਾ ਜਿਹਾ ਘੱਟ ਹੈ ਉੱਥੇ ਤੁਸੀਂ ਲਾਓ, ਪਰ ਲਾਓ ਤਾਂ ਚੰਗੇ ਬੰਦੇ। ਤੇ ਤੁਹਾਨੂੰ ਲੱਗਦਾ ਸਭ ਤੋਂ ਵੱਡੀ ਗੱਲ ਇਹ ਹੈ, ਮੈਂ ਤੁਹਾਨੂੰ ਗੱਲ ਕਹਿਣਾ, ਜਿਹੜੇ ਬੰਦਿਆਂ ਨੂੰ ਜੁਰਮਾਨੇ ਹੋਏ ਪਏ ਨੇ, ਜਿਹੜੇ ਬੰਦੇ ਸਸਪੈਂਡ ਹੋਏ ਪਏ ਨੇ, ਜਿਹੜੇ ਬੰਦੇ ਘਪਲਿਆਂ 'ਚ ਫੜੇ ਗਏ ਨੇ, ਉਹ ਬਈ ਕਿਉਂ ਦੁਬਾਰੇ ਮੈਨੇਜਰ ਲੱਗਦੇ ਨੇ ਉਹ ਜੀ। ਸੋ ਤੁਹਾਨੂੰ ਲੱਗਦਾ ਕਿ ਬੇਅਦਬੀ ਵਰਗੇ ਮਸਲੇ ਦੀ ਜਿਹੜਾ ਹੱਲ ਕਰਨ ਦੇ ਲਈ ਮੈਨੇਜਰ ਨੂੰ ਚੰਗੇ ਨੂੰ ਲਾਉਣਾ ਹੀ ਕਾਫੀ ਹੈ? ਮੈਨੇਜਰ ਚੰਗਾ ਹੋਊਗਾ ਤਾਂ ਪਹਿਲੀ ਤਾਂ ਗੱਲ ਇਹ ਹੈ ਕਿ ਮੈਨੇਜਰਾਂ ਨਾਲ ਬੈਠ ਕੇ ਪ੍ਰਧਾਨ ਨੂੰ ਡਿਸਕਸ ਕਰਨਾ ਚਾਹੀਦਾ, ਉਹਨਾਂ ਦੇ ਸੁਝਾਅ ਲੈਣੇ ਚਾਹੀਦੇ ਨੇ। ਦੱਸੋ ਕਦੇ ਸੁਣਿਆ ਤੁਸੀਂ ਵੀ ਕਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਮੈਨੇਜਰਾਂ ਤੋਂ ਸੁਝਾਅ ਲਿਆ ਹੋਵੇ? ਹੁਕਮ ਸੁਣਾਉਂਦੇ ਨੇ। ਇਹ ਤਾਲਿਬਾਨ ਮੁਲਕ ਥੋੜੀ ਹੈ, ਇਹ ਗੁਰੂ ਘਰ ਦਾ ਨਿਜ਼ਾਮ ਆ ਜੀ। ਇੱਥੇ ਤਾਂ ਇਹ ਆ ਵੀ ਗੁਰੂ ਘਰ ਦੇ ਅੰਦਰ ਤਾਂ ਇਹ ਪਰੰਪਰਾ ਸਾਡੇ ਇਤਿਹਾਸ ਦੇ ਵਿੱਚ ਵੀ ਪਤਾ ਹੈ, ਚੰਗੀ ਗੱਲ ਕਿਸੇ ਛੋਟੇ ਨੇ ਵੀ ਕੀਤੀ ਉਹਨੂੰ ਵੀ ਨਵਾਜਿਆ ਗਿਆ, ਉਹਨਾਂ ਨੂੰ ਵੀ ਜਿਹੜੀਆਂ ਬਖਸ਼ਾਂ ਗੁਰੂ ਸਾਹਿਬ ਨੇ ਕੀਤੀਆਂ ਨੇ। ਸੋ ਇਸ ਲਈ ਉਹਨਾਂ ਦੇ ਨਾਲ ਜਿਹੜੇ ਮਸ਼ਵਰੇ ਲੈ ਜਾਣ। ਫਿਰ ਦੂਸਰੀ ਜ਼ਿੰਮੇਵਾਰੀ ਆਉਂਦੀ ਹੈ ਗ੍ਰੰਥੀ ਸਿੰਘਾਂ ਦੀ ਜੀ। ਔਰ ਮੈਂ ਇੱਕ ਗੱਲ ਕਹਿਣਾ ਕਿ ਜਿੰਨੇ ਵੀ ਗੁਰੂ ਘਰਾਂ ਦੇ ਹੈੱਡ ਗ੍ਰੰਥੀ ਨੇ, ਜਿੱਦਣ ਹੈੱਡ ਗ੍ਰੰਥੀ ਅਤੇ ਮੈਨੇਜਰ ਇਹ ਮਨ ਬਣਾ ਲੈਣਾ ਵੀ ਅਸੀਂ ਲੀਡਰਾਂ ਦੀ ਚਾਪਲੂਸੀ ਨਹੀਂ ਕਰਨੀ, ਅਸੀਂ ਇਹਨਾਂ ਦਾ ਪਾਣੀ ਨਹੀਂ ਭਰਨਾ,
ਅਸੀਂ ਦੀਵਾਲੀਆਂ ਤੇ ਇਹਨਾਂ ਦੇ ਘਰ ਗਿਫਟ ਦੇਣ ਨਹੀਂ ਜਾਣਾ, ਉਦੋਂ ਸ਼੍ਰੋਮਣੀ ਕਮੇਟੀ 'ਚ ਸੁਧਾਰ ਆ ਜਾਊਗਾ। ਹਾਲਤ ਤਾਂ ਇਹ ਹੋਈ ਪਈ ਆ ਕਿ ਦੀਵਾਲੀ ਆਉਂਦੀ ਆ ਤੇ ਜਿਹੜੇ ਗੁਰੂ ਘਰਾਂ ਦੇ ਹੈੱਡ ਗ੍ਰੰਥੀ ਨੇ ਉਹ ਵਧਾਈਆਂ ਦੇਣ ਜਾਂਦੇ ਨੇ ਵੀ ਜਿਹੜਾ ਲੀਡਰ ਪਾਵਰਫੁਲ ਆ ਮੈਨੂੰ ਬਚਾ ਸਕਦਾ ਤੇ ਰੱਖ ਸਕਦਾ ਜੀ। ਮੇਰੇ ਕੋਲ ਹਰ ਤਰ੍ਹਾਂ ਦੀ ਰਿਪੋਰਟ ਆ। ਪਰ ਇਹ ਦੇਖੋ, ਜਦੋਂ ਅਸੀਂ ਗੱਲ ਗੁਰੂ ਦੀ ਕਰਨੀ ਆ ਜੀ, ਗੁਰੂ ਦੀ ਗੱਲ ਕਰਨੀ ਆ ਤਾਂ ਗੁਰੂ ਦੀ ਗੱਲ ਕਰਨ ਵਾਲੇ ਨੂੰ ਗੁਰੂ ਤੇ ਭਰੋਸਾ ਹੋਣਾ ਚਾਹੀਦਾ। ਠੀਕ ਆ, ਵੱਧ ਤੇ ਵੱਧ ਇੱਥੋਂ ਬਦਲ ਕੇ ਕਿਤੇ ਹੋਰ ਲਾ ਦੇਣਗੇ। ਬਿਲਕੁਲ। ਸੋ ਇੱਕ ਜਿਹੜਾ ਹੋਰ ਮਸਲਾ ਹੈਗਾ, ਜਿਵੇਂ ਆਪਾਂ ਗੱਲ ਕੀਤੀ ਸੀ ਕਿ ਟਕਰਾਅ ਹੈ ਜਿਹੜਾ ਸਿਧਾਂਤਕ ਤੌਰ ਤੇ ਵਿਚਾਰਧਾਰਕ ਤੌਰ ਤੇ ਹੋਏਗਾ, ਤੇ ਇੱਕ ਮਸਲਾ ਜਿਹੜਾ ਹੈਗਾ, ਹਾਲਾਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਸ਼ਮੂਲੀਅਤ ਜ਼ਿਆਦਾ ਹੁੰਦੀ ਹੈ, ਜਿਹੜਾ ਆਪਣਾ ਮਰਿਆਦਾ ਦਾ ਮਸਲਾ ਅੱਜ ਤੱਕ ਕੌਮ ਦੇ ਇੱਕ ਵੱਡੇ ਮਸਲਿਆਂ ਦੇ ਵਿੱਚੋਂ ਇੱਕ ਹੈਗਾ, ਜਾਂ ਫਿਰ ਨਾਨਕਸ਼ਾਹੀ ਕੈਲੰਡਰ ਦਾ ਮਸਲਾ। ਇਹ ਮਸਲੇ ਚੁੱਕੋਗੇ ਤੁਸੀਂ? ਮੈਨੂੰ ਲੱਗਦਾ ਕਿ ਇਹ ਮਸਲਿਆਂ ਨੂੰ ਹਜੇ ਚੁੱਕਣ ਦਾ ਵਕਤ ਨਹੀਂ ਜੀ। ਇਹ ਮਸਲੇ ਚੁੱਕਣ ਦਾ ਮਤਲਬ ਇਹ ਹੋਊਗਾ ਕਿ ਹਾਲ ਫਿਲਹਾਲ ਇੱਕ ਨਵੀਂ ਚਰਚਾ ਤੇ ਨਵੀਂ ਦੁਬਿਧਾ ਕ੍ਰੀਏਟ ਕਰਨੀ ਜੀ। ਇਹਦੇ ਨਾਲ ਮੈਨੂੰ ਲੱਗਦਾ ਕਿ ਕੋਈ ਬਹੁਤਾ ਨਾ ਕੌਮ ਨੂੰ ਲਾਭ ਹੋਣ ਵਾਲਾ ਹੈ, ਨਾ ਸ਼੍ਰੋਮਣੀ ਕਮੇਟੀ ਨੂੰ ਲਾਭ ਹੋਣ ਵਾਲਾ ਤੇ ਨਾ ਸਾਨੂੰ ਕੋਈ ਲਾਭ ਹੋਣ ਵਾਲਾ ਜੀ। ਹਾਲ ਫਿਲਹਾਲ ਤਾਂ ਮਾਮਲੇ ਇਹ ਨੇ ਕਿ ਜਿਹੜੇ ਜ਼ਿਆਦਾਤਰ ਐਡਮਿਨਿਸਟ੍ਰੇਸ਼ਨ ਦੇ ਨੇ, ਜਿਹੜੇ ਗੁਰੂ ਘਰਾਂ ਦੇ ਵਿੱਚ ਇਹ ਸੁਧਾਰ ਹੋਵੇ। ਦੇਖੋ, ਮਰਜ਼ਾਦਾ ਤਾਂ ਉਦਣ ਲਾਗੂ ਹੋਊਗੀ, ਉਦਣ ਇੱਕ ਮਰਜ਼ਾਦਾ ਬਣੂਗੀ ਜਿੱਦਣ ਅਕਾਲ ਤਖਤ ਦਾ ਜਥੇਦਾਰ ਆਜ਼ਾਦ ਹੋਊਗਾ, ਜਿਹਦੇ ਤੇ ਸਾਰੀ ਕੌਮ ਨੂੰ ਭਰੋਸਾ ਹੋਊਗਾ। ਜਿੱਦਣ ਜਥੇਦਾਰ ਸਾਹਿਬ ਉੱਥੋਂ ਆਵਾਜ਼ ਮਾਰਨਗੇ, ਫਿਰ ਸਾਰੀਆਂ ਸੰਪਰਦਾਵਾਂ ਇੱਕ ਕਮੇਟੀ ਬਣ ਕੇ ਕੁਝ ਚੀਜ਼ਾਂ ਸੰਪਰਦਾਵਾਂ ਵਾਲੇ ਛੱਡਣਗੇ, ਕੁਝ ਜਿਹੜੇ ਦੂਸਰੇ ਨੇ ਉਹ ਛੱਡਣਗੇ, ਤੇ ਕੁਝ ਗੱਲਾਂ ਖੰਡ ਕੀਰਤਨੀਆਂ, ਇਹ ਫਿਰ ਮਰਜ਼ਾਦਾ ਬਣਨੀ ਆ। ਇਹ ਐ ਨਹੀਂ ਵੀ ਜੇ ਮੈਂ ਕੁਝ ਕਹਿ ਦਵਾਂ ਜਾਂ ਹਰਚਰਨ ਸਿੰਘ ਧਾਮੀ ਕੁਝ ਕਹਿ ਦੇਵੇ ਵੀ ਉਹਦੇ ਨਾਲ ਫੈਸਲਾ ਹੋ ਜਾਊਗਾ। ਇਹ ਪੰਥ ਦਾ ਮਸਲਾ, ਇਹ ਪੂਰੇ ਪੰਥ ਦੀ ਇਨਵੋਲਵਮੈਂਟ ਦੇ ਨਾਲ ਇਹ ਮਸਲਾ ਹੱਲ ਹੋਣ ਵਾਲਾ। ਤੇ ਇਹ ਇਸ ਵਕਤ ਇਹਨਾਂ ਮਸਲਿਆਂ ਨੂੰ ਛੇੜਨਾ, ਮੈਨੂੰ ਲੱਗਦਾ ਕੌਮ ਦੇ ਵਿੱਚ ਹੋਰ ਫੁੱਟ ਤੇ ਦੁਬਿਧਾ ਪਾਉਣ ਤੋਂ ਬਿਨਾਂ ਹੋਰ ਸਾਨੂੰ ਕੁਝ ਨਹੀਂ ਮਿਲੇਗਾ ਜੀ। ਸੋ ਭਾਈ ਸਾਹਿਬ, ਇੱਕ ਬਹੁਤ ਸਾਰੇ ਸਾਡੇ ਦਰਸ਼ਕ ਹੋਣਗੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਹੋਣਾ ਕਿ SGPC ਦੀ ਅੰਤਰਿੰਗ ਕਮੇਟੀ ਦਾ ਮੈਂਬਰ ਹੋਣਾ ਕੀ ਮਤਲਬ ਹੈ ਇਹਦਾ, ਕੀ ਪਾਵਰ ਹੁੰਦੀ ਹੈ SGPC ਦੇ ਅੰਤਰਿੰਗ ਕਮੇਟੀ ਦੇ ਮੈਂਬਰ ਕੋਲ, ਕੀ ਕੁਝ ਉਹ ਕਰ ਸਕਦੇ ਨੇ? ਦੇਖੋ ਜੀ, ਹੈ ਤਾਂ ਸੇਵਾਦਾਰੀ ਹੈ। ਜੇ ਮੈਂਬਰੀ ਕਰਨੀ ਆਉਂਦੀ ਹੋਵੇ, ਜਿਹਨੂੰ ਪਤਾ ਹੋਵੇ, ਉਹਦੇ ਲਈ ਤਾਂ ਆਮ ਜਿਹੜਾ ਸਧਾਰਨ ਮੈਂਬਰ ਵੀ ਹੈ ਨਾ, ਮੈਨੂੰ ਤਾਂ ਕੋਈ ਫਰਕ ਨਹੀਂ ਲੱਗ ਰਿਹਾ। ਮੈਨੂੰ ਮੇਰੀ ਦਿੱਖ 'ਚ ਜਾਂ ਮੇਰੀ ਗੱਲ 'ਚ ਜਾਂ ਮੈਨੂੰ ਮੇਰੀ ਪਛਾਣ ਦੇ ਵਿੱਚ ਜਾਂ ਗੱਲ ਕਰਨ 'ਚ, ਕਿਉਂਕਿ ਦੇਖੋ ਮੁੱਲ ਪੈਂਦਾ ਕਿਰਦਾਰ ਦਾ, ਜਿਹਦੇ ਕੋਲ ਪਰ ਇੱਕ ਅਹੁਦਾ ਤਾਂ ਵਧਿਆ ਹੈਗਾ ਨਾ। ਨਹੀਂ, ਨੋ ਡਾਊਟ, ਉਹ ਤਾਂ ਹੈ ਹੀ ਹੈ। ਅਹੁਦੇ ਦਾ ਵੀ ਸਤਿਕਾਰ ਤਾਂ ਹੀ ਹੋਏਗਾ ਜੇ ਤੁਹਾਡਾ ਕਿਰਦਾਰ ਹੈ, ਜੇ ਤੁਹਾਡਾ ਅਖਲਾਕ ਹੈ। ਤੇ ਜੇ ਹੁਣ ਅਖਲਾਕ ਵੇਚ ਕੇ ਅਹੁਦਾ ਲਿਆ ਹੋਵੇ, ਜੇ ਹੁਣ ਕਿਸੇ ਦੇ ਪੈਰ ਫੜ ਕੇ ਉਹਦਾ ਲਿਆ ਹੋਵੇ, ਕਿਸੇ ਦੀ ਚਾਪਲੂਸੀ ਕਰਕੇ ਲਿਆ ਹੋਵੇ, ਤੇ ਫਿਰ ਉਹਦੇ ਦਾ ਕੀ ਮਤਲਬ ਹੈ? ਫਿਰ ਤੁਸੀਂ ਬੋਲ ਥੋੜੀ ਪਾਓਗੇ। ਫਿਰ ਤਾਂ ਜਿਹਦੀਆਂ ਜੁੱਤੀਆਂ ਝਾੜੀਆਂ ਨੇ, ਜਿਵੇਂ ਹੁਕਮ ਦਊਗਾ ਉਹੀ ਕੁਝ ਕਰੂਗਾ। ਮੈਨੂੰ ਇੱਕ ਗੱਲ ਦਾ ਫਕਰ ਆ, ਮੈਂ ਜਿਵੇਂ ਸਟਾਰਟਿੰਗ 'ਚ ਕਿਹਾ ਸੀ ਕਿ ਮੇਰੇ ਲਈ ਇਹ ਉਹਦਾ ਬਹੁਤੇ ਮਾਇਨੇ ਨਹੀਂ ਰੱਖਦਾ ਆਮ ਰਿਵਾਜ਼ਾਂ ਦੇ ਵਿੱਚ, ਪਰ ਮੇਰੇ ਲਈ ਅਹਿਮੀਅਤ ਕਿਉਂ ਰੱਖਦਾ ਕਿ ਉੱਥੇ ਘੱਟੋ ਘੱਟ 100-150 ਸਭਾ ਦੇ ਵਿੱਚੋਂ ਮੈਂ ਕਹਿ ਸਕਦਾ ਕਿ ਉੱਥੇ 20 ਬੰਦੇ 21 ਬੰਦੇ ਜਾਗਦੀਆਂ ਜ਼ਮੀਰਾਂ ਵਾਲੇ ਨੇ, ਜਿਨ੍ਹਾਂ ਦੇ ਦਿਮਾਗ ਕੰਮ ਕਰਦੇ ਨੇ, ਜਿਨ੍ਹਾਂ ਦੇ ਦਿਲ ਕੰਮ ਕਰਦੇ ਨੇ। ਕਿਉਂਕਿ ਜ਼ਮੀਰ ਉਹਦੇ ਕੋਲ ਹੀ ਹੁੰਦੀ ਹੈ ਜਿਹਦਾ ਦਿਲ ਤੇ ਦਿਮਾਗ ਕੰਮ ਕਰਦਾ ਹੋਵੇ। ਜੇ ਦੋਨਾਂ ਚੋਂ ਇੱਕ ਚੀਜ਼ ਨਾ ਕੰਮ ਕਰਦੀ ਹੋਵੇ ਨਾ, ਫਿਰ ਬੰਦਾ ਜ਼ਮੀਰ ਨਹੀਂ ਰੱਖ ਸਕਦਾ। ਉਹ ਬੰਦੇ ਨੇ ਜਿਨ੍ਹਾਂ ਨੇ ਅਖਲਾਕ ਪਾਲਿਆ, ਉਹ ਬੰਦੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਅਸਤੀਫਾ ਦਿੱਤਾ, ਉਹ ਬੰਦੇ ਜਿਨ੍ਹਾਂ ਨੇ ਅਕਾਲੀ ਦਲ ਦੀ ਕਾਰਜਸ਼ੈਲੀ ਨੂੰ ਦੇਖ ਕੇ ਚਾਹੇ ਦੇਰ ਨਾਲ ਫੈਸਲੇ ਲਏ, ਉਹਨਾਂ ਨੇ ਕਿਹਾ ਕਿ ਨਹੀਂ, ਇਹ ਸਾਡੇ ਰਹਿਣ ਦਾ ਟਿਕਾਣਾ ਠੀਕ ਨਹੀਂ। ਮੈਨੂੰ ਉਹਨਾਂ ਦੇ ਕਿਰਦਾਰ ਦੇ ਵਿੱਚੋਂ ਸੇਵਾ ਮਿਲੀ ਹੈ, ਮੇਰੇ ਲਈ ਇਹ ਵੱਡੀ ਹੈ। ਇਸ ਕਰਕੇ ਮੈਂ ਉਹਨਾਂ ਦੇ ਕਿਰਦਾਰ ਨੂੰ ਸਿਰ ਝੁਕਾਉਣਾ। ਮੈਂ ਕਿਉਂ ਕਿਸੇ ਤੋਂ ਖਰਾਦ ਨਹੀਂ ਲਈ, ਨਾ ਮੈਂ ਕਿਸੇ ਤੋਂ ਭੀਖ ਲਈ ਹੈ, ਨਾ ਕਿਸੇ ਟੱਬਰ ਤੋਂ ਮੈਂ ਲਈ ਹੈ। ਮੈਨੂੰ ਉਹ ਕਿਰਦਾਰ ਵਾਲਿਆਂ ਨੇ ਭੇਜਿਆ ਤੇ ਮੇਰਾ ਵੀ ਫਰਜ਼ ਬਣਦਾ ਕਿ ਉਹਨਾਂ ਦੇ ਕਿਰਦਾਰ ਦੀ ਲਾਜ ਰੱਖਾਂ, ਉਹਨਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਾਂ। ਮੇਰੀ ਇੱਕ ਕੋਸ਼ਿਸ਼ ਰਹੂਗੀ, ਜਿੰਨੇ ਸਾਡੇ ਸ਼੍ਰੋਮਣੀ ਕਮੇਟੀ ਮੈਂਬਰ ਜਿਨ੍ਹਾਂ ਨੇ ਮੈਨੂੰ ਭੇਜਿਆ, ਉਹਨਾਂ ਦਾ ਸਤਿਕਾਰ, ਯਾਨੀ ਕਿ ਦੂਸਰੇ ਜਿਹੜੇ ਬਾਕੀ ਮੈਂਬਰ ਹੈਗੇ ਨੇ, ਚਾਹੇ ਉਹ ਬਾਦਲ ਧੜੇ ਦੇ ਨਾਲ ਸਾਰੇ ਜੁੜੇ ਹੋਏ ਨੇ, ਤੇ ਇਹ ਜਿਹੜਾ ਤੁਸੀਂ ਕਿਹਾ ਹੈਗਾ ਕਿ ਇਹ ਅਸਲੀਆਂ ਜਾਗਦੀ ਜ਼ਮੀਰਾਂ ਵਾਲੇ ਇਹ ਲੋਕ ਨੇ ਜਿਨ੍ਹਾਂ ਨੇ ਤੁਹਾਨੂੰ ਇੱਧਰ ਭੇਜਿਆ, ਯਾਨੀ ਕਿ ਬਾਕੀਆਂ ਨਾਲ ਤਾਂ ਤੁਸੀਂ ਹੁਣੇ ਲੜਾਈ ਮੁੱਲ ਲੈ ਰਹੇ ਹੋ। ਫਿਰ ਅੰਤਰਿੰਗ ਕਮੇਟੀ ਦੇ ਵਿੱਚ ਬਾਕੀ ਤਾਂ ਸਾਰੇ ਬਾਦਲ ਧੜੇ ਦੇ ਨੇ ਨਾ, ਬਾਕੀ ਤਾਂ ਮਰੀਆਂ ਜ਼ਮੀਰਾਂ ਵਾਲੇ ਤੁਸੀਂ ਕਿਹਾ ਹੈਗਾ। ਉਹ ਤਾਂ ਹੈ ਹੀ, ਉਹ ਤਾਂ ਸਾਰੀ ਕੌਮ ਕਹਿੰਦੀ ਹੈ ਜੀ। ਜੇ ਜ਼ਮੀਰਾਂ ਜਾਗਦੀਆਂ ਹੁੰਦੀਆਂ, ਕਿਤੇ ਰਾਮ ਰਹੀਮ ਦੇ ਹੱਕ 'ਚ ਇਹ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਬੈਠ ਕੇ ਮਤਾ ਪਾਉਂਦੇ। ਇਹ ਉਦਣ ਮਰ ਗਏ ਸੀ ਜਿੱਦਣ ਇਹਨਾਂ ਨੇ 21ਵੀਂ ਸਦੀ ਦੇ ਗੁਰੂ ਗ੍ਰੰਥ ਸਾਹਿਬ ਦੇ ਸਭ ਤੋਂ ਵੱਡੇ ਦੁਸ਼ਮਣ ਨੂੰ ਪ੍ਰਵਾਨ ਕਰ ਲਿਆ ਸੀ ਉੱਥੇ ਬੈਠ ਕੇ। ਅੱਜ ਇਹ ਲੱਖ ਕਹੀ ਜਾਣ, ਉਹਨੂੰ ਗਾਲਾਂ ਕੱਢੀ ਜਾਣ, ਕੋਈ ਕੱਢੀ ਜਾਵੇ। ਇਸ ਲਈ ਅਸੀਂ ਉਸ ਦਿਨ ਇਹ ਮੰਨਿਆ ਸੀ ਕਿ ਨਹੀਂ,
ਜੇ ਇਹਨਾਂ ਦੀਆਂ ਜ਼ਮੀਰਾਂ ਜਾਗਦੀਆਂ ਹੁੰਦੀਆਂ ਤਾਂ ਉਸ ਦਿਨ ਇਹ ਉਹਦੇ ਖਿਲਾਫ ਖੜਦੇ। ਜੀ, ਤਾਂ ਆਖਰੀ ਸਵਾਲ ਮੈਂ ਭਾਈ ਸਾਹਿਬ ਤੁਹਾਡੇ ਤੋਂ ਪੁੱਛਾਂਗੀ ਕਿ ਜਿਹੜੀ ਇਹ ਕਮੇਟੀ ਬਣੀ ਹੈ, ਕਾਰਜਕਾਰਨੀ ਜਿਹੜੀ ਬਣਾਈ ਗਈ ਹੈ, ਇਹਦੇ ਵਿੱਚ ਬਿਨਾਂ ਸ਼ੱਕ ਪ੍ਰਕਾਸ਼ ਸਿੰਘ ਬਾਦਲ ਹੋਣ ਜਾਂ ਫਿਰ ਸੁਖਬੀਰ ਸਿੰਘ ਬਾਦਲ, ਉਹਨਾਂ ਦਾ ਵੱਡਾ ਸਿਆਸੀ ਦਿਮਾਗ ਲੱਗਿਆ ਹੈਗਾ, ਤਾਂ ਕੀ ਇਸ ਕਾਰਜਕਾਰਨੀ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਸਿਆਸੀ ਤੌਰ ਤੇ ਵਰਤਿਆ ਜਾਊਗਾ? ਮੈਨੂੰ ਤਾਂ ਲੱਗਦਾ ਨਹੀਂ ਹੈਗਾ ਕੋਈ। ਇਹ ਕੀ ਕਰ ਲੈਣਗੇ ਜਿਹੜੇ 14-15 ਹੈਗੇ? ਕਿਹੜੀ ਇਹਨਾਂ ਨੂੰ ਫਾਇਦਾ ਹੋਊਗਾ ਕੋਈ ਇਹ ਕਮੇਟੀ ਬਣਾਉਣ ਦਾ? ਕੋਈ ਫਾਇਦਾ ਨਹੀਂ ਹੋਊਗਾ। ਸਿੱਖ ਸਾਰੀ ਗੱਲ ਜਾਣਦੇ ਨੇ, ਸਿੱਖਾਂ ਨੂੰ ਕਮੇਟੀ ਵਾਲਿਆਂ ਦਾ ਵੀ ਪਤਾ, ਸਿੱਖਾਂ ਨੂੰ ਕਮੇਟੀ ਬਣਾਉਣ ਵਾਲਿਆਂ ਦਾ ਵੀ ਪਤਾ ਜੀ। ਤਾਂ ਇਸ ਲਈ ਸਿੱਖਾਂ ਨੂੰ ਜੇ ਹੁਣ ਕੋਈ ਇਹ ਸਮਝੇ ਨਾ ਵੀ 21ਵੀਂ ਸਦੀ ਇਹ ਯੁੱਗ ਦੇ ਵਿੱਚ ਕੋਈ ਆ ਕੇ ਮੂਰਖ ਬਣਾ ਲੂਗਾ, ਜੇ ਐਦਾਂ ਹੁੰਦਾ ਤਾਂ ਹੁਣ ਨੂੰ ਤਾਂ ਅਕਾਲੀ ਦਲ ਦੀ ਵਾਹਵਾ ਹੋ ਜਾਂਦੀ। ਮੈਂ ਇੱਕੋ ਗੱਲ ਉੱਥੇ ਕਹੀ ਸੀ ਵੀ ਭਰਾਵੋ, ਜੋ ਕੁਝ ਤੁਸੀਂ ਪੰਜਾਬ ਦੀ ਧਰਤੀ 'ਚ ਰਾਜ ਭਾਗ ਕਰਦਿਆਂ ਕਰਿਆ, ਉਹਦਾ ਨਤੀਜਾ ਤੁਸੀਂ ਭੁਗਤ ਰਹੇ ਹੋ। ਜੋ ਕੁਝ ਤੁਸੀਂ ਹੁਣ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਬੈਠ ਕੇ ਕਰ ਰਹੇ ਹੋ, ਇਹਦਾ ਨਤੀਜਾ ਤੁਸੀਂ ਆਉਣ ਵਾਲੇ ਸਮੇਂ 'ਚ ਭੁਗਤ ਲਓਗੇ ਜੀ। ਇਹ ਕਿਸੇ ਬੰਦੇ ਦੀ ਕਰਾਮਾਤ ਨਹੀਂ। ਹਾਂ, ਮੈਂ ਇੱਕ ਗੱਲ ਜਿਹੜੀ ਹੈਗੀ ਉਹ ਇਹ ਸਪਸ਼ਟ ਕਰਦਾ ਕਿ ਬੰਦੇ ਦੇ ਫਰਜ਼ ਹੁੰਦੇ ਨੇ, ਅਖਲਾਕ ਹੁੰਦਾ। ਮੈਂ ਤੁਹਾਨੂੰ ਇੱਕ ਗੱਲ ਇਹ ਵੀ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ, ਇਹ ਕੋਈ ਪਹਿਲਾ ਮੌਕਾ ਨਹੀਂ। 2014 'ਚ ਗੁਰਬਖਸ਼ ਸਿੰਘ ਜਿਹੜਾ ਹੈਗੇ ਉਹ ਬੈਠੇ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ। ਜੀ, ਠੀਕ ਹੈ ਜੀ। ਬਤੌਰ ਸ਼੍ਰੋਮਣੀ ਕਮੇਟੀ ਮੈਂਬਰ ਉਦੋਂ ਤਾਂ ਅਸੀਂ ਬਾਦਲ ਨਾਲ ਸੀ, ਸਾਡਾ ਅਲਾਈਅੰਸ ਸੀ, ਕੋਈ ਸਾਡਾ ਫਰਕ ਨਹੀਂ ਸੀ, ਪੂਰੇ ਉਹਨਾਂ ਨਾਲ ਇੱਕ ਮਿਕ ਸੀ। ਪਰ ਪੂਰੀ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਮੈਂ ਇਕੱਲਾ ਸੀ ਜਿਹੜਾ ਜਾ ਕੇ ਗੁਰਬਖਸ਼ ਦੇ ਨਾਲ ਬੈਠਿਆ ਉੱਥੇ। ਹਾਲਾਂਕਿ ਬੜਾ ਇਹਨਾਂ ਨੇ, ਸਰਕਾਰ ਨੇ ਗੁੱਸਾ ਕਰਿਆ ਵੀ ਇਹਨਾਂ ਨੇ ਜਾ ਕੇ ਮਾਮਲਾ ਭੜਕਾਤਾ। ਗੁਰੂ ਗ੍ਰੰਥ ਸਾਹਿਬ ਦਾ ਸਮਾਂ ਆਇਆ ਬੇਅਦਬੀ ਦਾ, ਤੇ ਉਦੋਂ ਅਸਤੀਫਾ ਦਿੱਤਾ। ਫਿਰ ਜਿਨ੍ਹਾਂ ਨੇ ਅਸਤੀਫੇ ਦਿੱਤੇ ਉਹ ਇਕੱਠੇ ਕੀਤੇ। ਅੱਜ ਪੰਥ ਦੀ ਜਿੰਨੇ ਕੁ ਜੋਗੇ ਹੈਗੇ ਆਪਣੀ ਆਵਾਜ਼ ਬੁਲੰਦ ਕਰ ਰਹੇ ਆ। ਮੈਨੂੰ ਇਹ ਲੱਗਦਾ ਕਿ ਜਦੋਂ ਤੁਸੀਂ ਆਵਾਜ਼ ਚੱਕਦੇ ਰਹੋਗੇ, ਦੇਖੋ ਅੱਜ ਭਾਈ ਰਣਜੀਤ ਸਿੰਘ ਜੀ ਨੂੰ ਜੋ ਸੰਗਤ ਪਿਆਰ ਕਰ ਰਹੀ ਆ, ਮੈਨੂੰ ਲੱਗਦਾ ਕਿ ਪੰਥਕ ਅਕਾਲੀ ਲਹਿਰ ਨੂੰ ਇੱਕ ਵੱਡਾ ਜਿਹੜਾ ਇਹਦਾ ਹਲਾਰਾ ਮਿਲੂ। ਪਰ ਮੈਂ ਅਖੀਰ ਦੇ ਵਿੱਚ ਧੰਨਵਾਦ ਜਿਹੜਾ ਕਰਨਾ ਚਾਹੁੰਦਾ ਸਰਦਾਰ ਸੁਖਦੇਵ ਸਿੰਘ ਢੀਂਡਸਾ ਦਾ, ਜਿਨ੍ਹਾਂ ਦੇ ਕੋਲ ਵੱਡੀ ਗਿਣਤੀ ਦੇ ਵਿੱਚ ਇਸ ਸਭਾ ਦੇ ਵਿੱਚ ਮੈਂਬਰ ਨੇ। ਸਰਦਾਰ ਬਲਵਿੰਦਰ ਸਿੰਘ ਬੈਂਸ ਜਿਹੜੇ ਖੁਦ ਸ਼੍ਰੋਮਣੀ ਕਮੇਟੀ ਮੈਂਬਰ ਨੇ, ਕਾਂਗਰਸ ਦੇ MLA ਮੌਜੂਦਾ ਸ਼੍ਰੋਮਣੀ ਕਮੇਟੀ ਮੈਂਬਰ ਸਰਦਾਰ ਸੁਖਜੀਤ ਸਿੰਘ ਲੋਹਗੜ੍ਹ ਜੀ, ਤੇ ਇਹਨਾਂ ਸਾਰੇ ਸੱਜਣਾ ਨੇ, ਜਸਵੰਤ ਸਿੰਘ ਪੜੈਣ ਔਰ ਸਰਦਾਰ ਸਰਬੰਸ ਸਿੰਘ ਮਾਨਕੀ ਜਿਹੜੇ ਦਾਸ ਦੇ ਨਾਲ ਖੜੇ ਨੇ, ਉਹ ਜੋ ਫੈਸਲਾ ਦਾਸ ਲੈਂਦਾ ਉਹ ਨਾਲੇ ਲੈਂਦੇ ਨੇ। ਇਹਨਾਂ ਸਾਰਿਆਂ ਨੇ ਤਨਦੇਹੀ ਦੇ ਨਾਲ ਇਹ ਜਿਹੜਾ ਸਿਦਕ ਦੇ ਨਾਲ ਮੈਨੂੰ ਇਹ ਸੇਵਾ ਦਿੱਤੀ ਹੈ। ਸੋ ਮੈਂ ਇਹਨਾਂ ਸਾਰਿਆਂ ਦਾ ਜਿੱਥੇ ਧੰਨਵਾਦ ਕਰਦਾ। ਮੇਰੀ ਕੋਸ਼ਿਸ਼ ਰਹੂਗੀ ਕਿ ਇਹ ਸਾਰਿਆਂ ਨੂੰ ਇਸੇ ਤਰ੍ਹਾਂ ਅਸੀਂ ਇੱਕ ਮੁੱਠ ਕਰਕੇ, ਭਾਵੇਂ ਉਹ ਵੱਖੋ ਵੱਖਰੀਆਂ ਪਾਰਟੀਆਂ 'ਚ ਨੇ, ਜਥੇਬੰਦੀਆਂ 'ਚ ਨੇ, ਕੁਝ ਇੰਡੀਪੈਂਡੈਂਟ ਨੇ, ਬਲਕਿ ਮੇਰੇ ਕੋਲ ਤਾਂ ਇੱਕ ਆਫਰ ਸੀ, ਕੁਝ ਸੰਤ ਸਮਾਜ ਦੇ ਮੈਂਬਰਾਂ ਨੇ ਮੈਨੂੰ ਇਹ ਕਿਹਾ ਸੀ ਕਿ ਜੇ ਤੁਸੀਂ ਚੋਣ ਲੜੋਗੇ ਪ੍ਰਧਾਨਗੀ ਦੀ ਤਾਂ ਅਸੀਂ ਤੁਹਾਡੇ ਨਾਲ ਖੜਾਂਗੇ ਤੇ ਵੋਟਾਂ ਵੀ ਤੁਹਾਨੂੰ ਪਾਵਾਂਗੇ। ਠੀਕ ਹੈ, ਜੇ ਤੁਸੀਂ ਨਹੀਂ ਲੜਨੀ ਫਿਰ ਇਹ ਸਾਡੇ ਹੋਰ ਫੈਸਲੇ ਨੇ, ਫਿਰ ਅਸੀਂ ਬਾਈਕਾਟ ਕਰਾਂਗੇ। ਉਦੋਂ ਤੱਕ ਮੇਰਾ ਇਰਾਦਾ ਨਹੀਂ ਸੀਗਾ। ਮੈਂ ਕਿਹਾ ਜੀ ਨਹੀਂ, ਮੈਂ ਇਹ ਨਹੀਂ ਕਮਿਟਮੈਂਟ ਕਰ ਸਕਦਾ, ਮੈਂ ਨਹੀਂ ਲੜਨੀ ਹੈਗੀ। ਜੇ ਮਤਲਬ ਕਹਿਣ ਦਾ ਮਤਲਬ ਜੇ ਮੈਂ ਲੜਦਾ ਤਾਂ 2-4 ਵੋਟਾਂ ਜਿਹੜੀਆਂ ਹੋਰ ਵੀ ਵੱਧ ਜਾਂਦੀਆਂ। ਸਭ ਤੋਂ ਵੱਡੀ ਗੱਲ ਕਿ ਬਾਦਲ ਦਲ ਦੇ ਵਿੱਚੋਂ ਜਿਹੜੀਆਂ 4 ਵੋਟਾਂ ਮੈਨੂੰ ਨਿਕਲ ਕੇ ਆਈਆਂ ਨੇ, ਮੈਨੂੰ ਉਹਦੇ ਨਾਲ ਇੱਕ ਮੇਰਾ ਕੌਨਫੀਡੈਂਸ ਲੈਵਲ, ਮੈਨੂੰ ਮੇਰੇ ਕੰਮ ਕਰਨ ਦੇ ਉੱਤੇ ਮੈਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਾ ਕਿ ਉਸ ਸਭਾ ਦੇ ਵਿੱਚੋਂ ਵੀ ਜੇ ਕਿਸੇ ਨੂੰ ਮੈਂ ਚੰਗਾ ਲੱਗਿਆ ਤਾਂ ਮੈਨੂੰ ਲੱਗਦਾ ਕਿ ਮੈਂ ਹੁਣ ਹੋਰ ਤਕੜਾ ਹੋ ਕੇ ਕੰਮ ਕਰਨ ਦੀ ਮੈਨੂੰ ਜਿਹੜੀ ਹੈ ਉਹ ਸਮਰੱਥਾ ਮਿਲੂਗੀ। ਜੀ ਜੀ, ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਜਿਹੜੀ ਕਮੇਟੀ ਹੁੰਦੀ ਹੈ ਉਸ ਦੀ ਨਵੀਂ ਚੋਣ ਹੋਈ ਹੈ। ਹਰ ਸਾਲ ਬਾਅਦ ਇਹ ਜਿਹੜੀ ਚੋਣ ਹੁੰਦੀ ਹੈ। ਹਾਲਾਂਕਿ 10-11 ਸਾਲ ਹੋ ਗਏ ਨੇ SGPC ਦੀ ਚੋਣ ਹੋਈ ਨੂੰ, ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਮਸਲਾ ਜਿਹੜਾ ਉਹ ਲਟਕ ਰਿਹਾ ਹੈ। ਹੁਣ ਆਸ ਜਤਾਈ ਜਾ ਰਹੀ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ SGPC ਦੀਆਂ ਚੋਣਾਂ ਵੀ ਹੋਣ। ਲੰਬੇ ਸਮੇਂ ਤੋਂ ਉਡੀਕ ਜਿਹੜੀ ਚੱਲ ਰਹੀ ਹੈ ਇਹਨਾਂ ਚੋਣਾਂ ਦੀ, ਪਰ ਹਰ ਸਾਲ ਜਿਹੜੀ ਨਵੀਂ ਕਾਰਜਕਾਰਨੀ ਬਣਦੀ ਹੈ ਉਸ ਤੋਂ ਆਸਾਂ ਹਮੇਸ਼ਾ ਪੰਥ ਨੂੰ ਇਹੀ ਹੁੰਦੀਆਂ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਮੰਨੀ ਜਾਂਦੀ ਹੈ, ਉਹ ਸਿੱਖ ਕੌਮ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ, ਗੁਰਦੁਆਰਿਆਂ ਦੇ ਪ੍ਰਬੰਧ ਦੇ ਲਈ ਚੰਗੇ ਕੰਮ ਕਰੇ। ਪਰ ਹਮੇਸ਼ਾ ਹੀ SGPC ਦੇ ਸਿਰ ਜ਼ਿਆਦਾ ਗਿਲੇ ਸ਼ਿਕਵੇ ਰਹਿੰਦੇ ਨੇ ਸਿੱਖ ਕੌਮ ਨੂੰ। ਸੋ ਸਾਰਾ ਕੁਝ ਜਿਹੜਾ ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿ ਸਿਆਸੀ ਤੌਰ ਤਰੀਕੇ ਦੇ ਨਾਲ ਹੀ ਇਹ ਜਿਹੜੀ ਕਮੇਟੀ ਚੱਲਦੀ ਹੈ। ਇਸ ਵਾਰੀ ਆਸ ਕਰ ਸਕਦੇ ਹਾਂ, ਸੰਗਤ ਵੀ ਆਸ ਹੀ ਕਰ ਸਕਦੀ ਹੈ ਕਿ ਪ੍ਰਬੰਧਕ ਤੌਰ ਤੇ, ਐਡਮਿਨਿਸਟ੍ਰੇਸ਼ਨ ਦੇ ਤੌਰ ਤੇ ਜਾਂ ਫਿਰ ਜਿਹੜਾ ਹੈਗਾ ਪ੍ਰਚਾਰ ਦੇ ਪੱਖੋਂ ਇਹ ਕਮੇਟੀ ਹੈ ਜਿਹੜੀ ਇਸ ਵਾਰੀ ਕੀ ਰੰਗ ਦਿਖਾਏਗੀ, ਜਾਂ ਫਿਰ ਸਿਰਫ ਤੇ ਸਿਰਫ ਸਿਆਸੀ ਮਨਸ਼ੇ ਦੇ ਨਾਲ ਇਹ ਵੀ ਇਸ ਵਾਰੀ ਸਾਬਿਤ ਹੋ ਜਾਏਗੀ। ਵੀਡੀਓ ਜਰਨਲਿਸਟ ਹਰਵਿੰਦਰ ਸਿੰਘ ਦੇ ਨਾਲ ਹਰਸ਼ਰਨ ਕੌਰ, ਦਾ ਖਾਲਸ TV ਦੀ ਖਾਸ ਰਿਪੋਰਟ।